ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਅਸੀਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਗਤ ਦੇ ਗੁਰੂ ਨੇ ਤੇ ਉਹਨਾਂ ਦੇ ਅੱਜ ਜੋਤੀ ਜੋਤ ਦਿਵਸ ਤੇ ਗੁਰਮਤਿ ਵਿਚਾਰਾਂ ਕਰਨੀਆਂ ਤੇ ਗੁਰਮਤਿ ਵਿਚਾਰਾਂ ਕਰਨ ਦੇ ਲਈ ਸਾਡੇ ਨਾਲ ਬਾਬਾ ਮਨਜੀਤ ਸਿੰਘ ਜੀ ਛੰਨਾ ਵਾਲੇ, ਜਿਹੜੇ ਕਿ ਮੁੱਲਾਂਪੁਰ ਵਿਖੇ ਚੰਡੀਗੜ੍ਹ ਦੇ ਨਜ਼ਦੀਕ ਗੁਰਦੁਆਰਾ ਪਰਮਜੋਤ ਸਾਹਿਬ ਦੀ ਮੁੱਖ ਸੇਵਾਦਾਰ ਨੇ ਤੇ ਇੱਥੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਇਹਨਾਂ ਦੇ ਵੱਲੋਂ ਚੱਲ ਰਹੀਆਂ ਨੇ। ਤੇ ਅੱਜ ਜੋਤੀ ਜੋਤ ਦਿਵਸ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ, ਤੇ ਉਸ ਦੇ ਉੱਪਰ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਤੇ ਬਾਬਾ ਜੀ ਦੇ ਨਾਲ ਗੁਰਫਤਿਹ ਦੀ ਸਾਂਝ ਪਾਉਂਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਾਬਾ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਜੇਕਰ ਗੁਣਾਂ ਦੀ ਗੱਲ ਕਰੀਏ, ਜਿਨ੍ਹਾਂ ਦੀ ਜੇਕਰ ਉਸਤਤ ਦੀ ਗੱਲ ਕਰੀਏ ਤਾਂ ਇਹ ਜੀਵਨ ਬੜਾ ਥੋੜ੍ਹਾ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਇਸ ਲੋਕਾਈ ਦਾ ਜਿੰਨਾ ਭਲਾ ਕੀਤਾ ਹੈ, ਸਾਰੀ ਉਮਰ ਵੀ ਸਾਰਾ ਸੰਸਾਰ ਵੀ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਸੱਚੇ ਪਾਤਸ਼ਾਹ ਜੀ ਨੇ ਐਡੇ ਸਾਡੇ ਪਰ ਇੰਨੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ ਕਿ ਉਹਨਾਂ ਦੇ ਸਦਕਾ ਅਸੀਂ ਅੱਜ ਇੱਕ ਬਹੁਤ ਹੀ ਵਧੀਆ ਜੀਵਨ ਜੀ ਰਹੇ ਹਾਂ। ਵਹਿਮਾਂ ਭਰਮਾਂ ਪਖੰਡਾਂ ਤੋਂ ਨਿਕਲ ਕੇ, ਛੂਆਛਾਤ ਦੇ ਚੱਕਰਾਂ ਤੋਂ ਨਿਕਲ ਕੇ ਨਿਰੋਲ ਗੁਰਸਿੱਖੀ ਵਾਲਾ ਜੀਵਨ ਜਿਹੜਾ ਕਿ ਸਾਨੂੰ ਅੱਜ ਮਿਲਿਆ, ਸਿੱਧਾ ਰਸਤਾ। ਕਿਉਂਕਿ ਬਹੁਤ ਸਾਰੇ ਰਸਤੇ ਹੁੰਦੇ ਨੇ ਧਰਮਾਂ ਦੇ, ਉਸ ਪਰਮਾਤਮਾ ਨੂੰ ਆਤਮਾ ਅਤੇ ਪਰਮਾਤਮਾ ਦੇ ਮੇਲ ਦੇ ਲਈ ਆਪਣੀ ਆਪਣੀ ਸਭਨਾਂ ਦੀ ਵਿਧਨਾ ਹੈ, ਪਰ ਜੋ ਮਾਰਗ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਰਲ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਦੱਸ ਦਿੱਤਾ ਹੈ, ਇਹ ਬਹੁਤ ਸਾਡੇ ਪਰ ਕਿਰਪਾ ਹੈ ਮਹਾਰਾਜ ਜੀ ਦੀ। ਤੇ ਅਸੀਂ ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਵੱਲ ਚੱਲਦੇ ਹਾਂ। ਜੀਵਨ ਦੇ ਵੱਖ-ਵੱਖ ਜਿਹੜੇ ਉਹਨਾਂ ਦੇ ਭਾਗ ਨੇ, ਉਹਦੇ 'ਚ ਉਹਨਾਂ ਦੀਆਂ ਉਦਾਸੀਆਂ ਤੇ ਆਪ ਜੀ ਦੇ ਮੁਖਾਰਬਿੰਦ ਤੋਂ ਅਸੀਂ ਉਹਨਾਂ ਦੀਆਂ ਸਾਖੀਆਂ ਵੀ ਜਿਹੜੀਆਂ ਸੁਣਨੀਆਂ ਚਾਹਾਂਗੇ, ਕਿਉਂਕਿ ਸਾਖੀਆਂ ਦੇ ਨਾਲ ਸਾਡੀ ਪ੍ਰੀਤ ਪੈਂਦੀ ਹੈ, ਸੱਚੇ ਪਾਤਸ਼ਾਹ ਜੀ ਦੇ ਨਾਲ ਸਾਡੀ ਪ੍ਰੀਤ ਪੈਂਦੀ ਹੈ। ਜਿੰਨਾ ਕਿਉਂਕਿ ਸਾਚ ਕਿਹੋ ਸੁਣ ਲਿਓ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿੰਨੀ ਗੁਰੂ ਦੇ ਨਾਲ ਪ੍ਰੀਤ ਹੋਵੇਗੀ ਉਨਾ ਹੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਖੁਸ਼ੀ ਲੈ ਸਕਦੇ ਹਾਂ, ਖੁਸ਼ੀ ਦੇ ਪਾਤਰ ਜਿਹੜਾ ਵਾਹਿਗੁਰੂ ਦੇ ਬਣ ਸਕਦੇ ਹਾਂ। ਸੱਚੇ ਪਾਤਸ਼ਾਹ ਜੀ ਨੇ ਜੋ ਜੀਵਨ ਦੇ ਵਿੱਚ ਸਾਡਾ ਕਲਿਆਣ ਕੀਤਾ ਹੈ, ਉਸ ਦੇ ਉੱਪਰ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਜਦੋਂ ਜਨਮ ਹੋਇਆ, ਕਿਉਂਕਿ ਲਕਾਈ ਉਸ ਵੇਲੇ ਤਪਦੀ ਫਿਰਦੀ ਸੀ, ਉਸ ਵੇਲੇ ਸੰਸਾਰ ਤਪਦਾ ਫਿਰਦਾ ਸੀ, ਤੇ ਸੱਚੇ ਪਾਤਸ਼ਾਹ ਦੇ ਸਮੇਂ ਜਿਹੜੀ ਸਮਾਜਿਕ ਸਥਿਤੀ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਆ ਕੇ ਕਿਵੇਂ ਵਹਿਮਾਂ ਭਰਮਾਂ ਪਖੰਡਾਂ ਤੋਂ ਸਾਰਿਆਂ ਨੂੰ ਜਿਹੜਾ ਛੁਟਕਾਰਾ ਦਵਾਇਆ ਜੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਅੱਜ ਅਸੀਂ ਅਰਸ਼ਾਂ ਤੇ ਕੁਰਸਾਂ ਦੇ ਮਾਲਕ ਕਹਿੰਦੇ, ਆਪ ਨਾਰਾਇਣ ਕਲਾਧਾਰ ਜੀ, ਜਗ ਮੈਂ ਪ੍ਰਭਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਸ ਵੇਲੇ ਇਸ ਸੰਸਾਰ ਦੀ ਬਹੁਤ ਹੀ ਜ਼ਿਆਦਾ ਤਰਸਯੋਗ ਹਾਲਤ ਸੀ, ਜਿਹਦੇ ਬਾਰੇ ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਰਾਜੇ ਪਾਪ ਕਮਾਵਦੇ ਉਲਟੀ ਬਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁੱਖੋਂ ਆਲਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਵਰਤਿਆ ਪਾਪ ਸਗਲ ਜਗ ਮੰਗੀ। ਸਾਰੇ ਜਗਤ ਦੇ ਵਿੱਚ ਧੁੰਦੂਕਾਰ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਵੀ ਭਾਈ ਗੁਰਦਾਸ ਜੀ ਨੇ ਲਿਖਿਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੀ। ਉਹ ਕਿਹੜੀ ਧੁੰਦ ਸੀ? ਉਹ ਜਿਹੜੇ ਆਪਣੇ ਆਪਾਂ ਪੋਹ ਮਾਘ ਦੇ ਮਹੀਨੇ ਦੇਖਦੇ ਹਾਂ, ਇਹ ਕੋਈ ਇਹ ਧੁੰਦ ਨਹੀਂ ਸੀ, ਉਹ ਅਗਿਆਨਤਾ ਦੀ ਧੁੰਦ ਸੀ। ਜਿਸ ਅਗਿਆਨਤਾ ਦੇ ਵਿੱਚ ਸਾਰਾ ਹੀ ਜਗਤ ਭੁੱਲਿਆ ਫਿਰਦਾ ਸੀ। ਤੇ ਜਿਹੜੇ ਰਾਜੇ ਸੀਗੇ ਉਹ ਕਸਾਈ ਬਣ ਚੁੱਕੇ ਸੀ ਜੀ, ਕਾਜੀ ਸੀ ਜਿਹੜੇ ਉਹ ਰਿਸ਼ਵਤੀ ਹੋ ਚੁੱਕੇ ਸੀ। ਉਸ ਵੇਲੇ ਫਿਰ ਇਸ ਭੁੱਲੀ ਹੋਈ ਲੋਕਾਈ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਚਾਰ ਉਦਾਸੀਆਂ ਦੇ ਵਿੱਚ ਚਾਰੇ ਪੈਰ ਧਰਮ ਦੇ ਮਹਾਰਾਜ ਨੇ ਪੱਕੇ ਕੀਤੇ ਜੀ, ਕਿਉਂਕਿ ਚਾਰੇ ਵਰਨ ਨੇ ਤੇ ਚਾਰੇ ਹੀ ਚਾਰੇ ਵਰਨ ਨੇ ਤੇ ਚਾਰੇ ਹੀ ਧਰਮ ਦੇ ਪੈਰ ਨੇ। ਸਭ ਤੋਂ ਪਹਿਲਾਂ ਧਰਮ ਦਾ ਜਿਹੜਾ, ਜਿਵੇਂ ਆਪਾਂ ਇਹਨੂੰ ਖਾਟ ਕਹਿ ਦਈਏ, ਉਹਦੇ ਚਾਰ ਪਾਵੇ ਹੁੰਦੇ ਨੇ ਜੀ। ਪਹਿਲਾ ਉਹਦਾ ਪਾਵਾ ਹੁੰਦਾ ਰਾਜੇ ਲੋਕ ਜੀ। ਜੇ ਰਾਜੇ ਆਪ ਖੁਦ ਧਰਮੀ ਹੋਣ ਤਾਂ ਖੁਦ ਉਹਨਾਂ ਦੀ ਪਰਜਾ ਸਾਰੀ ਧਰਮੀ ਬਣ ਜਾਂਦੀ ਹੈ ਜੀ। ਜਥਾ ਰਾਜਾ ਤਥਾ ਪਰਜਾ। ਤਾਂ ਇਸੇ ਤਰ੍ਹਾਂ ਫਿਰ ਜਿਹੜੇ ਰਾਜੇ ਲੋਕ, ਉਸ ਤੋਂ ਬਾਅਦ ਬ੍ਰਾਹਮਣ ਲੋਕ, ਤੀਸਰੇ ਤੀਰਥ ਤੇ ਚੌਥੇ ਸਾਧੂ ਜੀ।
ਇਹ ਚਾਰਾਂ ਦੇ ਵਿੱਚ ਗਿਰਾਵਟ ਆ ਚੁੱਕੀ ਸੀ। ਇਸੇ ਕਰਕੇ ਗੁਰੂ ਸਾਹਿਬ ਨੇ 4 ਉਦਾਸੀਆਂ ਮਹਾਰਾਜ ਨੇ ਧਾਰਨ ਕੀਤੀਆਂ। ਜੀ ਇੱਕ ਇੱਕ ਉਦਾਸੀ ਸੀ ਜਿਹੜੀ 12-12 ਸਾਲ ਦੀ ਸੀ। 12 ਚੌਕ 48 ਜੀ 48 ਸਾਲ ਗੁਰੂ ਸਾਹਿਬ ਜੀ ਕੁੱਲ ਨੇ ਉਮਰ 70 ਸਾਲ ਹੈ ਤੇ 70 ਸਾਲ ਦੇ 48 ਸਾਲ ਜਿਹੜਾ ਉਹ ਜਗਤ ਦੇ ਕਲਿਆਣ ਲਈ ਜਗ ਦੇ ਕਲਿਆਣ ਵਾਸਤੇ। ਜੀ। ਕੁੱਲ ਉਮਰ ਮਹਾਰਾਜ ਜੀ ਦੀ 70 ਸਾਲ ਸਰੀਰਕ ਤੌਰ ਤੇ। 70 ਸਾਲ 5 ਮਹੀਨੇ ਤੇ 7 ਦਿਨ ਦੀ ਮਹਾਰਾਜ ਦੀ ਸਾਰੀ ਏਜ ਸੀ। ਜੀ ਸਾਰੀ ਉਮਰ ਵਿੱਚ ਗੁਰੂ ਸਾਹਿਬ ਜੀ ਗੱਦੀ ਨਸ਼ੀਨੇ ਰਹੇ ਨੇ। ਹੂੰ ਗੁਰੂ ਸਾਹਿਬ ਜੀ ਨੇ ਗੱਦੀ ਨਸ਼ੀਨ ਹੋ ਕੇ ਉਪਦੇਸ਼ ਕੀਤਾ ਹੈ। ਜੀ ਕਿਉਂਕਿ ਬਾਕੀ ਜਿਹੜੇ ਗੁਰੂ ਸਾਹਿਬਾਨਾਂ ਦਾ ਜਿਹੜਾ ਜੀਵਨ ਆ ਉਹਦੇ ਵਿੱਚ ਵੀ ਫਲਾਣੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ। ਜੀ ਗੁਰੂ ਸਾਹਿਬ ਜੀ ਆਪ ਹੀ ਪਰਮੇਸ਼ਰ ਦਾ ਸਰੂਪ ਧਾਰਨ ਕਰਕੇ ਹੂੰ ਇਸ ਦੁਨੀਆ ਦੇ ਉੱਤੇ ਆਏ ਨੇ। ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੀ ਡਿਊਟੀ ਲਾਈ ਹੈ। ਜੀ ਤੇ ਗੁਰੂ ਸਾਹਿਬ ਜੀ ਰਾਜਿਆਂ ਦੇ ਕੋਲ ਵੀ ਪਹੁੰਚੇ ਨੇ ਹੂੰ ਤੇ ਗੁਰੂ ਸਾਹਿਬ ਜੀ ਸਿੱਧਾਂ ਦੇ ਕੋਲ ਵੀ ਗਏ ਨੇ। ਉਹਨਾਂ ਦੇ ਮੱਠਾਂ ਦੇ ਉੱਤੇ ਵੀ ਮਹਾਰਾਜ ਪਹੁੰਚੇ ਨੇ। ਉਹਨਾਂ ਨੂੰ ਵੀ ਸਿੱਧਾ ਰਾਹ ਰਸਤੀ ਦਾ ਰਸਤਾ ਦਿਖਾਇਆ ਮਹਾਰਾਜ ਨੇ। ਤੇ ਫਿਰ ਤੀਰਥਾਂ ਦੇ ਉੱਤੇ ਇਸਲਾਮ ਦੇ ਤੀਰਥਾਂ ਦੇ ਉੱਤੇ ਵੀ ਗਏ ਨੇ। ਸਨਾਤਨ ਧਰਮ ਦਾ ਕੋਈ ਤੀਰਥ ਨਹੀਂ ਮਹਾਰਾਜ ਨੇ ਛੱਡਿਆ ਜਿੱਥੇ ਗੁਰੂ ਸਾਹਿਬ ਜੀ ਨਾ ਗਏ ਹੋਣ। ਜੀ ਕਈ ਲੋਕ ਕਹਿੰਦੇ ਵੀ ਗੁਰੂ ਸਾਹਿਬ ਜੀ ਤੀਰਥਾਂ ਤੇ ਕਿਉਂ ਗਏ। ਹੂੰ ਕਈ ਲੋਕ ਇਹ ਸਵਾਲ ਕਰਦੇ ਨੇ। ਤੇ ਗੁਰੂ ਨੂੰ ਤਾਂ ਤੀਰਥ ਦੇ ਉੱਤੇ ਜਾਣ ਦੀ ਲੋੜ ਨਹੀਂ ਹੁੰਦੀ। ਗੁਰੂ ਤਾਂ ਆਪੇ ਤੀਰਥ ਹੁੰਦੇ ਆ। ਹੂੰ ਸਤਿਗੁਰ ਪੂਰਾ ਪਾਰਜਾਤ ਵੀ ਹੈ ਤੇ ਤੀਰਥ ਵੀ ਹੈ ਸਤਿਗੁਰੂ। ਤੇ ਸਤਿਗੁਰੂ ਨੂੰ ਤੀਰਥਾਂ ਤੇ ਜਾਣ ਦੀ ਕਿਉਂ ਲੋੜ ਪਈ। ਜੀ ਤੇ ਗੁਰੂ ਸਾਹਿਬ ਨੇ ਜਿੱਥੇ ਤੀਰਥਾਂ ਦੇ ਉੱਤੇ ਕੁਰੀਤੀਆਂ ਸੀ, ਲੋਕਾਂ ਨੂੰ ਵਹਿਮਾਂ ਦੇ ਵਿੱਚ, ਪਖੰਡਾਂ ਦੇ ਵਿੱਚ, ਭਰਮਾਂ ਦੇ ਵਿੱਚ ਪਾਇਆ ਹੋਇਆ ਸੀ, ਉੱਥੇ ਜਾ ਕੇ ਮਹਾਰਾਜ ਨੇ ਸੱਚਾ ਤੀਰਥ ਕਿਹੜਾ ਦੱਸਿਆ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਨਾਮ ਦਾ ਜਿਹੜਾ ਸੱਚਾ ਤੀਰਥ ਹੈ ਇਹੀ ਗੁਰੂ ਸਾਹਿਬ ਨੇ ਦੱਸਿਆ। ਤੇ ਫਿਰ ਜਿੱਥੇ ਵੀ ਗੁਰੂ ਸਾਹਿਬ ਜੀ ਜਾਂਦੇ ਸੀ, ਪਹਿਲਾਂ ਜਿਵੇਂ ਆਪ ਜੀ ਨੂੰ ਪਤਾ ਵੀ ਪਹਿਲੇ ਪਾਤਸ਼ਾਹ ਤੋਂ ਲੈ ਕੇ 9 ਪਾਤਸ਼ਾਹੀਆਂ ਤੱਕ ਚਰਨ ਪਹੁਲ ਦਿੱਤੀ ਹੈ ਮਹਾਰਾਜ ਨੇ। ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸੀ ਚਰਨ ਪਹੁਲ ਦੇ ਕੇ ਤੇ ਫਿਰ ਗੁਰੂ ਸਾਹਿਬ ਜੀ ਵਾਹਿਗੁਰੂ ਗੁਰਮੰਤਰ ਦੀ ਬਖਸ਼ਿਸ਼ ਕਰਦੇ, ਜਿਹੜਾ ਚਾਰੇ ਹੀ ਯੁੱਗਾਂ ਦਾ ਸਿਮਰਨ ਹੈ। ਬਾਬਾ ਵਾਸਦੇਵ, ਹਾਹਾ ਹਰ ਹਰ, ਗੱਗਾ ਗੋਬਿੰਦ ਤੇ ਰਾਰਾ ਰਾਮ। ਇੱਕ ਇੱਕ ਯੁੱਗ ਦਾ ਇੱਕ ਇੱਕ ਅੱਖਰ ਲੈ ਕੇ ਮਹਾਰਾਜ ਨੇ ਛਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ। ਮਹਾਰਾਜ ਨੇ ਸਾਂਝੀ ਵਾਲਤਾ ਕਾਇਮ ਕੀਤੀ। ਅੱਜ ਤੱਕ ਜਿਸ ਸਾਂਝੀ ਵਾਲਤਾ ਨੂੰ ਕੋਈ ਵੀ ਕਾਇਮ ਨਹੀਂ ਕਰ ਸਕਿਆ। ਜੀ ਤੇ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਬਾਕੀ ਜਿੰਨੀਆਂ ਵੀ ਪਾਤਸ਼ਾਹੀਆਂ ਨੇ, ਵੈਸੇ ਤਾਂ ਇਹ ਸਰੂਪ ਤਾਂ ਇੱਕੋ ਹੀ ਸੀਗਾ ਉਹਨਾਂ ਦਾ। ਠੀਕ ਹੈ, ਜਿਹੜੇ ਜਾਮੇ ਨੇ ਇਹ ਬਦਲਦੇ ਸੀ। ਜੋਤ ਉਹਾ ਜੁਗਤ ਸਾਏ ਸੈ ਕਾਇਆ ਫਿਰ ਪਲਟੀਆ, ਕਾਇਆ ਪਲਟ ਜਾਂਦੀ ਸੀ। ਪਰ ਜੋ ਗੁਰਸਿੱਖੀ ਭਗਤੀ ਮਾਰਗ ਗੁਰਮੁਖ ਨਾਮਦਾਨ ਇਸ਼ਨਾਨ ਗੁਰੂ ਸਾਹਿਬ ਜੀ ਨੇ ਦ੍ਰਿੜ ਕਰਾਇਆ। ਇਹ 10 ਪਾਤਸ਼ਾਹੀਆਂ ਵੀ ਫਿਰ ਉਸੇ ਮਾਰਗ ਦੇ ਉੱਤੇ ਤੋਰਦੀਆਂ ਰਹੀਆਂ ਨੇ। ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਜੀਵਨ ਹੈ ਉਹਦੇ ਬਾਰੇ ਕੁਝ ਦੱਸਣਾ, ਕੁਝ ਬੋਲਣਾ ਹੈ ਤਾਂ ਬਹੁਤ ਔਖਾ। ਕਿਉਂਕਿ ਗੁਰੂ ਸਾਹਿਬ ਜੀ ਦੇ ਜਿਹੜੇ ਗੁਣ ਨੇ ਉਹ ਕੋਈ ਪੂਰੇ ਸੰਪੂਰਨ ਗਾ ਹੀ ਨਹੀਂ ਸਕਦਾ। ਉਹਨਾਂ ਦਾ ਗੁਣ ਕੋਈ ਦੱਸ ਹੀ ਨਹੀਂ ਸਕਦਾ। ਕਿਉਂ ਇੱਕ ਪਰਮੇਸ਼ਰ ਹੈ ਤੇ ਅਸੀਂ ਅੰਤ ਦੇ ਵਿੱਚ ਹਾਂ, ਉਹ ਅਨੰਤ ਹੈ। ਇੱਕ ਅਨੰਤ ਨੂੰ ਇੱਕ ਅੰਤ ਵਾਲੀ ਜੀਵ ਦੇ ਨਾਲ ਕਹਿਣਾ ਬਹੁਤ ਹੀ ਮੁਸ਼ਕਿਲ ਹੈ। ਕਿਉਂਕਿ ਅਸੀਂ ਅੰਤ ਦੇ ਵਿੱਚ ਹਾਂ, ਕਿਉਂਕਿ ਅਸੀਂ ਸਾਰੇ ਮਰਨ ਦੇ ਵਿੱਚ, ਅਸੀਂ ਇੱਕ ਦਿਨ ਮਰਨਾ ਹੈ। ਪਰ ਉਹ ਨਾ ਉਹ ਮਰੇ ਨਾ ਠਾਗੇ, ਜਾਂ ਅਸੀਂ ਕਹਿੰਦੇ ਵੀ ਉਹ ਜੋਤੀ ਜੋਤ ਸਮਾਏ ਨੇ ਗੁਰੂ ਸਾਹਿਬ ਜੀ। ਪਰ ਕੌਣ ਕਹੇ ਸ੍ਰੀ ਗੁਰੂ ਮੋਇਓ। ਉਹ ਰਸਨਾ ਸੜ ਜਾਵੇ ਜਿਹੜੀ ਰਸਨਾ ਕਹਿੰਦੀ ਹੈ ਵੀ ਗੁਰੂ ਵੀ ਕਿਤੇ ਚਲਿਆ ਜਾਂਦਾ। ਗੁਰੂ ਤਾਂ ਸਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਜੋ ਸਭ ਮੈਂ ਰਿਹਾ ਸਮਾਏ। ਕਿਉਂਕਿ ਗੁਰੂ ਸਾਹਿਬ ਜੀ ਦਾ ਜਿਸ ਵੇਲੇ, ਹੁਣ ਜਦ ਤੁਸੀਂ ਅੱਜ ਦਾ ਦੱਸਿਆ ਨਾ ਵੀ ਗੁਰੂ ਸਾਹਿਬ ਜੀ ਦਾ ਵੀ ਅੱਜ ਦਾ ਸੱਚਖੰਡ ਜਾਣ ਦਾ ਪੁਰਬ ਹੈ, ਪਰ ਗੁਰੂ ਸਾਹਿਬ ਜੀ ਦਾ ਸਰੀਰ ਤਾਂ ਮਿਲਿਆ ਨਹੀਂ ਕਿਸੇ ਨੂੰ। ਜਿਸ ਵੇਲੇ ਗੁਰੂ ਸਾਹਿਬ ਜੀ ਨੇ ਕਰਤਾਰਪੁਰਾ ਵਸਾਇਆ ਤੇ ਕਰਤਾਰਪੁਰੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਰਤਾਰ ਦੇ ਨਾਂ ਤੇ ਇੱਟ ਰੱਖੀ ਹੈ, ਤੇ ਜਿਸ ਵੇਲੇ ਉਹ ਨਗਰ ਉੱਥੇ ਵਸਾਉਣ ਲੱਗੇ ਸੀ, 4 ਉਦਾਸੀਆਂ ਪੂਰੀਆਂ ਹੋ ਚੁੱਕੀਆਂ ਸੀ ਮਹਾਰਾਜ ਦੀਆਂ। ਤੇ ਜਿਸ ਵੇਲੇ ਕਰਤਾਰ ਦੇ ਨਾਂ, ਜਿਸ ਵੇਲੇ ਨਗਰ ਵਸਾਉਣਾ ਕੀਤਾ, ਉਸ ਵੇਲੇ ਪੁੱਛਣ ਲੱਗੇ ਵੀ ਮਹਾਰਾਜ ਇੱਟ ਕਿਹਦੇ ਨਾਂ ਤੇ ਰੱਖੀ, ਨਾਂ ਕੀ ਰੱਖਣਾ। ਉਸ ਵੇਲੇ ਵੀ ਆਪਣਾ ਨਾਮ ਨਹੀਂ ਵਰਤਿਆ। ਸਾਰੀ ਉਮਰ ਆਪਣੇ ਸਰੀਰ ਦੇ ਨਾਲ ਨਹੀਂ ਗੁਰੂ ਸਾਹਿਬ ਨੇ ਜੋੜਿਆ। ਤੇ ਨਾ ਹੀ ਮਹਾਰਾਜ ਨੇ ਆਪਣਾ ਨਾਮ ਕੋਈ ਅੱਗੇ ਰੱਖਿਆ, ਆਪਣਾ ਨਾਮ ਉੱਚਾ ਕਰਨ ਵਾਸਤੇ ਬਿਲਕੁਲ ਕੋਈ ਯਤਨ ਨਹੀਂ ਗੁਰੂ ਸਾਹਿਬ ਜੀ ਨੇ ਕੀਤਾ। ਹੁਣ ਆਪਾਂ ਗੁਰਬਾਣੀ ਪੜ੍ਹਦੇ ਹਾਂ, ਕਿਤੇ ਨਾਨਕ ਦਾਸ ਗੁਰੂ ਸਾਹਿਬ ਨੇ, ਕਿਤੇ ਨੀਚ ਤੱਕ ਵੀ ਨਾਨਕ ਨੀਚ ਕਹੇ ਵਿਚਾਰ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਂਟ ਬਕਾਨਾ
ਜਿਤ ਲਾਇਆ ਤਤ ਲਾਗਾ। ਮਤਲਬ ਕਿ ਸਾਰੀ ਉਮਰ ਗੁਰੂ ਸਾਹਿਬ ਜੀ ਨੇ ਆਪਣੇ ਸਰੀਰ ਤੱਕ ਨਹੀਂ ਜੋੜਿਆ। ਪਹਿਲਾਂ ਬੜੇ ਪੀਰ ਪਗੰਬਰ ਇਸ ਦੁਨੀਆ ਦੇ ਉੱਤੇ ਆਏ, ਸਭ ਨੇ ਆਪਣੇ ਸਰੀਰਾਂ ਦੇ ਨਾਲ ਜੋੜਨਾ ਕੀਤਾ, ਪਰ ਗੁਰੂ ਸਾਹਿਬ ਜੀਆਂ ਨੇ ਆਪੇ ਪੱਟੀ ਉਸ ਪਰਮਾਤਮਾ ਦੇ ਬਾਰੇ ਲਿਖਿਆ ਨੇ, ਆਪੇ ਪੱਟੀ ਕਲਮ ਆਪ, ਕਿ हे परमेश्वर तू पट्टी रूप भी आप है ते कलम रूप भी तू आप है, आपे पट्टी कलम आप, ऊपर लेख भे तू लेख लिखण वाला भी तू आप ही है। एको कहिया नानका दूजा काहे को, दूजा काहे सिमरिए। जो ਆਪਾਂ ਸਰੀਰ ਨੂੰ ਕਿਸੇ ਨੂੰ ਅੱਗੇ ਰੱਖ ਕੇ ਉਹਦੀ ਪੂਜਾ ਕਰਕੇ ਕੀ ਕਰਾਂਗੇ। ਜੋ ਜਿਹੜਾ ਜੰਮਣ ਮਰਨ ਦੇ ਵਿੱਚ ਹੈ, ਜੋ ਜੰਮੇ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਗੁਰੂ ਸਾਹਿਬ ਨੇ ਦਸੇ ਹੀ ਪਾਤਸ਼ਾਹੀਆਂ ਦੇ ਵਿੱਚ ਬਹੁਤ ਵੱਡੀ ਤਫੀਕ ਸੀ ਕਿ ਉਹਨਾਂ ਨੇ ਆਪਣੇ ਸਰੀਰਾਂ ਦੇ ਨਾਲ ਨਹੀਂ ਜੋੜਿਆ, ਉਹਨਾਂ ਨੇ ਇੱਕ ਅਕਾਲ ਦੇ ਨਾਲ ਜੋੜਿਆ ਜੋ ਕਦੇ ਵੀ ਮਰਦਾ। ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਕੀਨੀ ਧਿਆਨ ਕੋ। ਇਸੇ ਕਰਕੇ ਜਿਹੜੇ ਸਾਧੂ ਸੰਤ ਵੀ ਹੁੰਦੇ ਨੇ ਪੂਰਨ ਹੁੰਦੇ ਨੇ। ਵੈਸੇ ਮਹਾਰਾਜ ਕਹਿੰਦੇ ਨੇ ਨਾਉ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਹੇ, ਕਿਉਂਕਿ ਉਹਨਾਂ ਦਾ ਨਾਮ ਰਹਿੰਦਾ ਸਦਾ ਦੁਨੀਆ ਦੇ ਉੱਤੇ। ਨਾਮ ਰਹਿਓ, ਨਾਮ ਰਹਿੰਦਾ ਦੁਨੀਆ ਉੱਤੇ ਪ੍ਰਮਾਤਮਾ ਦਾ। ਜਾਂ ਜਿਹੜੇ ਸਾਧਨਾ ਕਰਨ ਵਾਲੇ ਨੇ ਪਰਮੇਸ਼ਰ ਦੇ ਨਾਮ ਦੀ, ਸਾਧੂ ਰਹਿਓ ਗੁਰ ਗੋਬਿੰਦ ਕਉ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਰਸ਼ਾਂ ਕੁਰਸ਼ਾਂ ਦੇ ਮਾਲਕ, ਜਿਸ ਵੇਲੇ ਉਹਨਾਂ ਨੇ ਕਰਤਾਰ ਦੇ ਨਾਂ ਤੇ ਇੱਟ ਰੱਖੀ, ਨਾਮ ਉਹਦਾ ਕਰਤਾਰਪੁਰਾ ਰੱਖਿਆ। ਫਿਰ ਇੱਥੇ ਹੀ ਕਿਉਂਕਿ ਗੁਰਗੱਦੀ ਸੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਨੇ, ਉਹ ਵੀ ਤਾਂ ਕਿਸੇ ਆਪਣੇ ਸੇਵਕ ਨੂੰ ਦੇਣੀ ਸੀ ਨਾ ਜੀ। ਬਾਬਾ ਲਹਿਣਾ ਜੀ ਦਾ ਜਿਹੜਾ ਮਿਲਾਪ ਹੈ ਉਹ ਵੀ ਇੱਥੇ ਹੀ ਹੋਇਆ ਹੈ। ਹਾਲਾਂਕਿ ਬਾਬਾ ਲਹਿਣਾ ਜੀ ਮੱਤੇ ਦੀ ਸਰਾਂ, ਜਿਨ੍ਹਾਂ ਦਾ ਜਨਮ ਹੋਇਆ ਬਾਬਾ ਜੀ ਦਾ, ਵੈਸੇ ਜਨਮ ਤਾਂ ਕਹਿ ਨਹੀਂ ਸਕਦੇ, ਜਨਮ ਮਰਨ ਦੋਹੂ ਮੈਂ ਨਾਹੀ ਜਨਮ ਪਰਉਪਕਾਰੀ ਆਏ। ਤੇ ਮੱਤੇ ਦੀ ਸਰਾਂ ਤੋਂ ਆਪ ਜੀ ਨੂੰ ਪਤਾ ਹੈ ਮਹਾਰਾਜ ਦਾ ਜਿਹੜਾ ਵਿਆਹ ਸੀਗਾ, ਮਹਾਰਾਜ ਦਾ ਸਹੁਰਾ ਘਰ ਸੀਗਾ, ਉਹ ਗੁਰੂ ਸਾਹਿਬ ਜੀ ਦਾ ਬਾਬਾ ਲਹਿਣਾ ਜੀ ਦਾ ਖੰਡੂਰ ਸੀ ਜੀ। ਉੱਥੋਂ ਕਿਉਂਕਿ ਮੱਤੇ ਦੀ ਸਰਾਂ ਦੇ ਉੱਤੇ ਹੱਲਾ ਬੋਲਿਆ ਸੀਗਾ ਜੀ, ਉਹ ਹੱਲੇ ਦੇ ਵਿੱਚ ਮੱਤੇ ਦੀ ਸਰਾਂ ਉੱਜੜ ਗਈ ਸੀ ਮੁਗਲਾਂ ਨੇ। ਤੋ ਇਸ ਕਰਕੇ ਉੱਥੋਂ ਫਿਰ ਗੁਰੂ ਸਾਹਿਬ ਜੀ ਆਪਣੇ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਨਾਮ ਬਾਬਾ ਲਹਿਣਾ ਜੀ ਸੀ, ਉਹ ਫਿਰ ਇੱਥੇ ਆ ਗਏ, ਆਪਣੇ ਖੰਡੂਰ ਆ ਗਏ, ਇੱਥੇ ਰਹਿੰਦੇ ਰਹੇ। ਇੱਥੋਂ ਜਵਾਲਾ ਜੀ ਦੀ ਯਾਤਰਾ 'ਤੇ ਜਾਂਦੇ ਸੀ, ਹਰ ਸਾਲ ਜਾਂਦੇ ਸੀ, ਪੱਕਾ ਸੀ, ਜਥੇਦਾਰ ਸੀਗੇ ਉਹਨਾਂ ਦੇ। ਤੇ ਗੁਰਬਾਣੀ ਬਾਰੇ, ਗੁਰਸਿੱਖੀ ਜੋ ਆਪਾਂ ਭਗਤੀ ਮਾਰਗ ਕਹਿੰਦੇ, ਇੱਧਰ ਬਿਲਕੁਲ ਉਹਨਾਂ ਨੂੰ ਪਹਿਲਾਂ ਨੌਲੇਜ ਨਹੀਂ, ਪਰਿਵਾਰ ਚੋਂ ਵਿਰਾਸਤ ਮਿਲੀ ਸੀ। ਹਾਂ, ਤੇ ਉਹ ਹਰ ਸਾਲ ਜਾਂਦੇ ਹੁੰਦੇ ਸੀ। ਇੱਕ ਇੱਥੇ ਹੀ ਖੰਡੂਰ ਸਾਹਿਬ ਦੇ ਵਿੱਚ ਇੱਕ ਗੁਰੂ ਦਾ ਸਿੱਖ ਰਹਿੰਦਾ ਸੀ, ਗੁਰੂ ਨਾਨਕ ਦੇਵ ਮਹਾਰਾਜ। ਉਹ ਰੋਜ਼ ਉੱਚੀ ਉੱਚੀ ਬਾਣੀ ਪੜ੍ਹਦਾ ਹੁੰਦਾ। ਇੱਕ ਦਿਨ ਗੁਰੂ ਸਾਹਿਬ ਦੀ ਗੁਰਬਾਣੀ ਜਪਜੀ ਸਾਹਿਬ, ਜੋ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਉਚਾਰਨ ਕੀਤਾ, ਉਹ ਕੰਨਾਂ ਦੇ ਵਿੱਚ ਗੁਰਬਾਣੀ ਪਈ। ਤੇ ਜਿਸ ਵੇਲੇ ਉਹ ਗੁਰਬਾਣੀ ਪਈ, ਇੰਨੀ ਮਿੱਠੀ ਲੱਗੀ, ਗੁਰੂ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਉਹਨੂੰ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ ਜਿਹੜਾ ਅੰਦਰੋਂ ਪੀਂਦਾ ਜੀ। ਤਾਂ ਕਹਿੰਦੇ ਨੇ ਉਸ ਵੇਲੇ ਇੰਨੀ ਉਹਨਾਂ ਨੂੰ ਚੰਗੀ ਲੱਗੀ ਤੇ ਪੁੱਛਣ ਲੱਗੇ ਵੀ ਇਹ ਬਾਣੀ ਕਿਹਦੀ ਹੈ। ਤਾਂ ਉਹ ਕਹਿਣ ਲੱਗੇ ਵੀ ਇਹ ਗੁਰਬਾਣੀ ਗੁਰੂ ਨਾਨਕ ਦੇਵ ਮਹਾਰਾਜ ਦੀ। ਫਿਰ ਗੁਰੂ ਨਾਨਕ ਦੇਵ ਮਹਾਰਾਜ ਕਿੱਥੇ ਨੇ? ਉਹ ਕਹਿੰਦੇ ਵੀ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਰਹਿੰਦੇ ਨੇ। ਤਾਂ ਮਨ ਦੇ ਵਿੱਚ ਇਹ ਇੱਛਾ ਪੈਦਾ ਹੋਈ ਵੀ ਇਸ ਵੇਲੇ ਜਦੋਂ ਜਾਵਾਂਗੇ ਜਵਾਲਾ ਜੀ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਾਣਾ ਹੈ। ਜਿੰਨਾ ਸੰਗ ਸੀ ਨਾਲ ਇਕੱਠਾ ਹੋ ਕੇ ਇੱਥੋਂ ਖੰਡੂਰ ਸਾਹਿਬ ਤੋਂ ਤੁਰਿਆ, ਤੇ ਜਿਸ ਵੇਲੇ ਕਰਤਾਰਪੁਰੇ ਦੇ ਕੋਲ ਪਹੁੰਚ ਗਏ ਤੇ ਆਪਣੇ ਮਨ ਦੀ ਅਵਸਥਾ ਦੱਸੀ ਵੀ ਮੈਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਜਾਣਾ, ਸੰਗ ਤੇ ਤੁਸੀਂ ਇੱਥੇ ਅਟਕ ਜਾਓ, ਮੈਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨੇ ਆ। ਤਾਂ ਕਹਿੰਦੇ ਨੇ ਉਸ ਵੇਲੇ ਬਾਬਾ ਲਹਿਣਾ ਜੀ ਤੁਰੇ ਜਾਂਦੇ ਨੇ ਤੇ ਅੱਗੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ ਜੀ। ਉਹ ਖਿੱਚ ਸੀ ਪਈ ਹੋਈ ਅੰਦਰੋਂ ਵੀ ਗੁਰਗੱਦੀ ਦਾ ਲੈਣ ਵਾਲਾ ਜਿਹੜਾ ਵਾਰਸ ਆ ਉਹ ਆ ਰਿਹਾ। ਗੁਰੂ ਸਾਹਿਬ ਅੰਤਰਜਾਮੀ ਸੀ, ਸਾਰਾ ਕੁਝ ਇਹ ਜਾਣਦੇ ਸੀ। ਤੇ ਮਹਾਰਾਜ ਆਪਣੇ ਘਰ ਤੋਂ ਨਿਕਲ ਕੇ ਬਾਹਰ ਆ ਗਏ ਤੇ ਇੱਧਰੋਂ ਬਾਬਾ ਲਹਿਣਾ ਜੀ ਉਸ ਵੇਲੇ ਘੋੜੀ 'ਤੇ ਚੜ੍ਹੇ ਜਾ ਰਹੇ ਸੀ। ਜਾ ਕੇ ਪੁੱਛਿਆ ਕਿ ਬਾਬਾ ਜੀ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣਾ, ਤਪਾ ਜੀ ਨੂੰ ਮਿਲਣਾ। ਉਸ ਵੇਲੇ ਮਹਾਰਾਜ ਨੂੰ ਤਪਾ ਜੀ ਕਹਿੰਦੇ ਸੀ, ਮੈਂ ਤਪਾ ਜੀ ਨੂੰ ਮਿਲਣਾ।
ਤਾਂ ਉਸ ਵੇਲੇ ਇਹ ਕਿਉਂ ਕਹਿੰਦੇ ਸੀ ਤਪਾ ਜੀ, ਕਿਉਂ ਕਹਿੰਦੇ ਸੀ ਉਸ ਵੇਲੇ? ਕਿਉਂਕਿ ਗੁਰਬਾਣੀ ਚ ਵੀ ਲਿਖਿਆ ਕੋਈ ਬੋਲੇ ਪੂਤ ਨਾ ਕੋਈ। ਕੋਈ ਕਹੇ ਬੇਤਾਲਾ, ਕੋਈ ਕਹੇ ਆਦਮੀ ਜੀ। ਨਾਨਕ ਵਿਚਾਰ। ਉਸ ਸਮੇਂ ਜੇ ਕੋਈ ਤਪ ਕਰਦਾ ਸੀ, ਬੰਦਗੀ ਕਰਦਾ ਸੀ, ਉਹ ਸਿਮਰਨ ਕਰਦਾ ਸੀ, ਤਪ ਤੋਂ ਤਪਾ ਜਿਹੜਾ ਹਾਂ ਤਪ ਤੋਂ ਤਪਾ ਕਹਿਣ ਲੱਗ ਜਾਂਦੇ ਸੀਗੇ, ਤਪੱਸਿਆ ਕਰਨ ਹਾਂ ਵਾਲਾ ਤਪੱਸਿਆ ਕਰਨ ਵਾਲਾ। ਜੀ। ਤਾਂ ਕਹਿਣ ਲੱਗੇ ਵੀ ਮੈਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲਣਾ ਹੈ। ਹੂੰ। ਹਾਲਾਂਕਿ ਮਹਾਰਾਜ ਆਪ ਹੀ ਸੀਗੇ। ਜੀ। ਕਹਿਣ ਲੱਗੇ ਪੁਰਖਾ ਹੂੰ। ਇਉਂ ਕਰ, ਤੂੰ ਐ ਉੱਪਰ ਦੀ ਆ ਜਾ, ਘੋੜਾ ਅੱਗੇ ਬੰਨ੍ਹ ਦੇ ਹੂੰ। ਤੇ ਅੱਗੇ ਆ ਕੇ ਦਰਸ਼ਨ ਹੋ ਜਾਣਗੇ। ਜੀ। ਤਾਂ ਬਾਬਾ ਲਹਿਣਾ ਜੀ ਨੇ ਘੋੜਾ ਬੰਨ੍ਹਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਦਰ ਦੀ ਜਿਹੜਾ ਛੋਟਾ ਰਸਤਾ ਜਾਂਦਾ ਸੀ ਉਧਰੋਂ ਅੰਦਰ ਆਪਣੇ ਤਖਤ ਦੇ ਉੱਤੇ ਜਾ ਕੇ ਬਿਰਾਜਮਾਨ ਹੋ ਗਏ, ਜਿੱਥੇ ਉਪਦੇਸ਼ ਦਿੰਦੇ ਜਿੱਥੇ ਆ ਬੈਠ ਕੇ ਮਹਾਰਾਜ ਉਪਦੇਸ਼ ਦਿੰਦੇ ਸੀ ਸੰਗਤਾਂ ਨੂੰ। ਜੀ। ਤਾਂ ਜਿਸ ਵੇਲੇ ਬਾਬਾ ਲਹਿਣਾ ਜੀ ਆਏ, ਹੂੰ। ਉਹਨਾਂ ਨੇ ਦਰਸ਼ਨ ਕੀਤੇ ਜੀ। ਤੇ ਉਹਨਾਂ ਦੇ ਪੈਰਾਂ ਦੇ ਥੱਲੋਂ ਮਿੱਟੀ ਨਿਕਲ ਗਈ ਵੀ ਤੇ ਉਹੀ ਬਜ਼ੁਰਗ ਹੈ। ਹੂੰ। ਜਿਨ੍ਹਾਂ ਬਜ਼ੁਰਗਾਂ ਨੇ ਮੈਨੂੰ ਰਸਤਾ ਦੱਸਿਆ ਸੀ, ਇਹ ਖੁਦ ਹੀ ਗੁਰੂ ਨਾਨਕ ਦੇਵ ਮਹਾਰਾਜ ਨੇ। ਤੇ ਮੈਂ ਤਾਂ ਬਹੁਤ ਬੇਅਦਬੀ ਕੀਤੀ ਹੈ। ਹੂੰ। ਤੇ ਮੈਂ ਘੋੜੀ ਤੇ ਚੜ੍ਹ ਕੇ ਆ ਰਿਹਾ ਸੀ ਤੇ ਇਹ ਲਗਾਮ ਫੜ ਕੇ ਇਹ ਪੈਦਲ ਤੁਰੇ ਜਾ ਰਹੇ ਸੀਗੇ। ਲਗਾਮ ਫੜ ਕੇ ਹਾਂ, ਅੱਗੇ ਮੈਨੂੰ ਰਸਤਾ ਦੱਸਦੇ ਆ ਰਹੇ ਸੀ। ਹੂੰ। ਤਾਂ ਮੱਥਾ ਤਾਂ ਜ਼ਰੂਰ ਟੇਕਿਆ। ਮੱਥਾ ਟੇਕ ਕੇ ਜਿਸ ਵੇਲੇ ਬੈਠੇ, ਕਹਿੰਦੇ ਮਹਾਰਾਜ ਜੀ ਵੀ ਬੇਅਦਬੀ ਬਹੁਤ ਹੋਈ ਹੈ। ਮਹਾਰਾਜ ਕਹਿੰਦੇ ਕਾਹਦੀ? ਜੀ। ਕਹਿੰਦੇ ਮਹਾਰਾਜ ਜੀ ਮੈਂ ਘੋੜੀ ਤੇ ਚੜ੍ਹਿਆ ਹੋਇਆ ਸੀ ਤੇ ਤੁਸੀਂ ਪੈਦਲ ਤੁਰੇ ਜਾ ਰਹੇ ਸੀ। ਜੀ। ਮਹਾਰਾਜ ਕਹਿੰਦੇ ਪੁਰਖਾ ਤੂੰ ਐਂ ਦੱਸ ਤੇਰਾ ਨਾਂ ਕੀ ਆ? ਕਹਿੰਦੇ ਜੀ ਮੇਰਾ ਨਾਂ ਲੈਣਾ। ਕਹਿੰਦੇ ਫਿਰ ਤੈਂ ਸਾਤੋਂ ਲੈਣਾ ਹੈ, ਅਸੀਂ ਤੇਰਾ ਦੇਣਾ ਹੈ। ਜਿਹੜੇ ਲੈਣ ਵਾਲੇ ਹੁੰਦੇ ਨੇ ਘੋੜੀਆਂ ਤੇ ਚੜ੍ਹ ਕੇ ਆਉਂਦੇ ਹੁੰਦੇ ਨੇ, ਉਹ ਘੋੜਿਆਂ ਤੇ ਚੜ੍ਹ ਕੇ ਆਉਂਦੇ ਜਿਹੜੇ ਲੈਣ ਵਾਲੇ ਹੁੰਦੇ ਨੇ। ਤਾਂ ਉਸ ਵੇਲੇ ਸਿਰ ਦੇ ਉੱਤੇ ਮਹਾਰਾਜ ਨੇ ਹੱਥ ਰੱਖਿਆ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ, ਸੈਤ ਉੱਠੇ ਨੌ ਦਿਨ ਪਾਈਆਂ। ਤੇ ਜਿਸ ਵੇਲੇ ਮਹਾਰਾਜ ਨੇ ਸਿਰ ਦੇ ਉੱਤੇ ਹੱਥ ਰੱਖਿਆ, ਉਹਦੇ ਨਾਲੇ ਅੰਦਰ ਇਹੋ ਜਿਹੀ ਝਰਨਾਹਟ ਛਿੜੀ ਜੀ ਬਾਬਾ ਲਹਿਣਾ ਜੀ ਦੇ, ਰੋਮ ਰੋਮ ਕੰਡਾ ਬਣ ਗਿਆ। ਹੱਥ ਜੋੜ ਕੇ ਲੰਮੇ ਪੈ ਗਏ, ਮਹਾਰਾਜ ਆਪਣਾ ਹੀ ਬਣਾ ਲਓ। ਗੁਰੂ ਕਿਰਪਾ ਬਖਸ਼ਿਸ਼ ਹੋ ਗਈ ਮਹਾਰਾਜ ਜੀ ਦੀ। ਜਿਸ ਕੋ ਜਿਨ ਕੋ ਨਦਰ ਕਰਮ ਤਨਕਾਰ, ਨਾਨਕ ਨਦਰੀ ਨਦਰ ਨਿਹਾਲ। ਉਸ ਵੇਲੇ ਫਿਰ ਕਹਿਣ ਲੱਗੇ ਵੀ ਮਹਾਰਾਜ ਮੈਨੂੰ ਆਪਦੇ ਚਰਨਾਂ ਦੇ ਵਿੱਚ ਰੱਖੋ। ਗੁਰੂ ਸਾਹਿਬ ਪਰ ਮਨ ਦੇ ਵਿੱਚ ਇੱਕ ਖੇਡ ਹੋਰ ਸੀ ਬਾਬਾ ਲਹਿਣਾ ਜੀ ਦੇ, ਵੀ ਮੈਂ ਇਹਨਾਂ ਨੂੰ ਪੂਰਨ ਤਾਂ ਮੰਨੂਗਾ ਵੀ ਜੇ ਮੈਨੂੰ ਇਹ ਹੁਣ ਇੱਥੋਂ ਵਾਪਸ ਇੱਕ ਵਾਰੀ ਮੇਰੇ ਪਿੰਡ ਭੇਜ ਦੇਣ ਤੇ ਫਿਰ ਮੈਂ ਇਹਨਾਂ ਦੇ ਕੋਲ ਆਵਾਂ, ਤੇ ਜੇ ਮੇਰੀ ਇਹ ਮਨ ਦੀ ਵੇਦਨਾ ਸਮਝ ਲੈਣ। ਤੇ ਬਾਬਾ ਜੀ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਪੁਰਖਾ ਤੂੰ ਇੱਕ ਵਾਰ ਖੰਡੂਰ ਹੋਇਆ ਜੀ ਤੇ ਫਿਰ ਤੂੰ ਸਾਡੇ ਕੋਲ ਆ ਜੀ, ਨਾਲੇ ਘਰੇ ਦੱਸ ਕੇ ਆ ਜੀ, ਪਰਿਵਾਰ ਨੂੰ ਸਾਰੇ ਨੂੰ ਪਤਾ ਲੱਗ ਜੂਗਾ ਵੀ ਤੂੰ ਕਿੱਥੇ ਰਹਿੰਦਾ। ਹਾਂਜੀ। ਬਾ ਫੇਰ ਕੀ ਸੀ ਗਿਆ, ਫਿਰ ਤਾਂ ਵਿਛੜਨ ਨੂੰ ਦਿਲ ਹੀ ਨਹੀਂ ਸੀ ਕਰਦਾ। ਮਹਾਰਾਜ ਕਹਿੰਦੇ ਤੇ ਬਾਬਾ ਲਹਿਣਾ ਜੀ ਜਾਂਦੇ ਨਹੀਂ ਸੀ। ਕਹਿੰਦੇ ਮਹਾਰਾਜ ਮੈਂ ਚੱਲਿਆ ਤਾਂ ਹਾਂ, ਪਰ ਜਿਹੜਾ ਮਨ ਆ ਇਹ ਤੁਹਾਡੇ ਕੋਲ ਰਹੂਗਾ, ਸਰੀਰ ਮੇਰਾ ਜਾਊਗਾ, ਮਨ ਕਰਕੇ ਮੈਂ ਤੁਹਾਡੇ ਕੋਲ ਹੀ ਰਹਿਣਾ। ਉੱਥੋਂ ਗੁਰੂ ਸਾਹਿਬ ਜੀ ਜਦੋਂ ਆਏ, ਜਿਹੜਾ ਸੰਗ ਸੀ ਉਹਨਾਂ ਨੂੰ ਤਾਂ ਕਹਿੰਦੇ ਵੀ ਤੁਸੀਂ ਤਾਂ ਜਾਓ ਹੁਣ ਦਰਸ਼ਨ ਕਰਨ ਵਾਸਤੇ ਅੱਗੇ, ਤੇ ਪਰ ਮੈਂ ਹੁਣ ਖੰਡੂਰ ਨੂੰ ਜਾਵਾਂ, ਮੈਂ ਪਿੰਡ ਜਾਣਾ। ਉੱਥੋਂ ਵਾਪਸੀ ਬਾਬਾ ਜੀ ਖੰਡੂਰ ਸਾਹਿਬ ਚਲੇ ਗਏ। ਹੁਣ ਉੱਥੇ ਜਾ ਕੇ ਮਨ ਕਿੱਥੇ ਲੱਗਣਾ ਸੀ। ਪਰਿਵਾਰ ਨੂੰ ਮਿਲੇ, ਸਭ ਕੁਛ ਹੋਇਆ ਤੇ ਤਕਰੀਬਨ ਦੂਏ ਤੀਏ ਦਿਨ ਇੱਕ ਦਿਨ ਰਹੇ, ਤੀਏ ਦਿਨ ਤਿਆਰੀ ਕਰ ਲਈ ਗੁਰੂ ਸਾਹਿਬ ਦੇ ਚਰਨਾਂ 'ਚ ਆਉਣ ਦੀ। ਸਵਾ ਮਣ ਲੂਣ ਦੀ ਪੰਡ ਬੰਨ੍ਹ ਕੇ ਆਪਦੇ ਸਿਰ ਦੇ ਉੱਤੇ ਰੱਖ ਲਈ ਲੰਗਰ ਵਾਸਤੇ। ਦੇਖੋ ਸਵਾ ਮਣ ਦੀ ਪੰਡ ਕਿੱਥੋਂ ਲੈ ਕੇ ਤੁਰੇ ਨੇ, ਕਿੰਨਾ ਮਨ ਦੇ ਵਿੱਚ ਪਿਆਰ ਹੈ। ਤੇ ਕੋਈ ਘੋੜਾ ਨਹੀਂ ਵੀ ਜਿਹੜੇ ਘੋੜੇ ਦੀ ਸਵਾਰੀ ਹੈ, ਤੁਰ ਕੇ ਮਹਾਰਾਜ ਜੀ ਖੰਡੂਰ ਸਾਹਿਬ ਤੋਂ ਇੱਥੇ ਤੱਕ ਕਰਤਾਰਪੁਰੇ ਤੱਕ ਆਏ। ਤੇ ਜਿਸ ਵੇਲੇ ਆ ਕੇ ਲੂਣ ਦੀ ਪੰਡ ਸਿੱਟੀ, ਮਾਤਾ ਸੁਲੱਖਣੀ ਜੀ ਮਿਲੇ ਮਹਾਰਾਜ ਦੇ ਘਰੋਂ। ਪੁੱਛਿਆ ਕਿਹਨਾਂ ਨੂੰ ਮਿਲਣਾ? ਕਹਿੰਦੇ ਜੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲਣਾ। ਕਹਿੰਦੇ ਉਹ ਤਾਂ ਘਰ ਨਹੀਂ ਹੈ, ਉਹ ਤਾਂ ਧਾਨਾਂ ਦੇ ਵਿੱਚੋਂ ਕੱਖ ਕੱਢਦੇ ਨੇ, ਵੀ ਖੇਤ ਗਏ ਹੋਏ ਨੇ। ਤਾਂ ਲੂਣ ਦੀ ਪੰਡ ਉੱਥੇ ਸਿੱਟ ਕੇ ਗੁਰੂ ਸਾਹਿਬ ਜੀ ਉੱਥੇ ਪਹੁੰਚ ਗਏ। ਤੇ ਗੁਰੂ ਸਾਹਿਬ ਨੂੰ ਜਾ ਕੇ ਕਹਿਣ ਲੱਗੇ ਵੀ ਮਹਾਰਾਜ ਮੇਰੀ ਵੀ ਡਿਊਟੀ ਲਓ, ਮੈਂ ਵੀ ਸੇਵਾ ਕਰਾਂ, ਮੈਂ ਵੀ ਧਾਨਾਂ 'ਚੋਂ ਕੱਖ ਕੱਢਾਂ। ਮਹਾਰਾਜ ਕਹਿੰਦੇ ਪੁਰਖਾ ਤੇ ਇਹ ਕੰਮ ਨਹੀਂ ਹੋਣਾ, ਵੀ ਆਹ ਕੱਖ ਇਕੱਠੇ ਕਰਦੇ ਆ, ਸਿਰ ਤੇ ਰੱਖ ਕੇ ਤੂੰ ਘਰ ਲੈ ਜਾ, ਡੰਗਰ ਭੁੱਖੇ ਖੜੇ ਆ। ਉਹ ਜਿਹੜੇ ਕੱਖ ਸੀਗੇ ਇਕੱਠੇ ਕਰਕੇ, ਜਿਨ੍ਹਾਂ ਦੇ ਵਿੱਚੋਂ ਪਾਣੀ ਚੋ ਰਿਹਾ ਸੀ, ਗਾਰਾ ਚੋ ਰਿਹਾ ਸੀ, ਉਹ ਸਿਰ ਦੇ ਉੱਤੇ ਰੱਖਿਆ ਬਾਬੇ ਲਹਿਣੇ ਦੇ। ਚਿੱਟੇ ਕੱਪੜੇ ਪਾਏ ਸੀ ਬਾਬਾ ਲਹਿਣਾ ਜੀ ਦੇ। ਹੁਣ ਉਹ ਜਿਹੜਾ ਗਾਰਾ ਹੈ ਉਹ ਸਰੀਰ ਦੇ ਉੱਤੇ ਪੈਂਦਾ ਆਉਂਦਾ, ਮਹਾਰਾਜ ਜੀ ਪਿੱਛੇ ਨੇ।
ਜਦੋਂ ਮਾਤਾ ਸੁਲੱਖਣੀ ਜੀ ਨੇ ਦੇਖਿਆ ਵੀ ਇਹ ਇੱਕ ਨਵਾਂ ਬੰਦਾ ਆਇਆ ਸੀ, ਕੋਈ ਦੂਰੋਂ ਆਇਆ, ਕੱਪੜੇ ਕਿੰਨੇ ਵਧੀਆ ਪਾਏ ਨੇ, ਚਿੱਟੇ ਵਸਤਰ ਪਾਏ ਹੋਏ ਨੇ, ਵੀ ਇਹਨਾਂ ਨੇ ਕੋਈ ਪਰਵਾਹ ਹੀ ਨਹੀਂ ਕੀਤੀ, ਇਹਨਾਂ ਦੇ ਸਾਰੇ ਕੱਪੜੇ ਖਰਾਬ ਹੋ ਗਏ। ਕਹਿਣ ਲੱਗੇ ਤੁਸੀਂ ਕੋਈ ਇੰਨਾ ਤਾਂ ਦੇਖਿਆ ਕਰੋ ਵੀ ਜਦੋਂ ਕੋਈ ਬਾਹਰੋਂ ਆਉਂਦਾ ਹੈ ਉਹਦੇ ਕਿੰਨੇ ਵਧੀਆ ਵਸਤਰ ਇਹਦੇ ਪਾਏ ਸੀਗੇ, ਵੀ ਤੁਸੀਂ ਆ ਗਾਰੇ ਨਾਲ ਚਾਹੁੰਦੇ ਹੋਏ ਜਿਹੜੇ ਪੱਠੇ ਨੇ ਇਹਨਾਂ ਦੇ ਸਿਰ ਦੇ ਉੱਤੇ ਰੱਖ ਦਿੱਤੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੁਲੱਖਣੀਏ ਇਹ ਗਾਰਾ ਨਹੀਂ ਪੈਂਦਾ, ਇਹਦੇ ਕੱਪੜਿਆਂ ਤੇ ਕੇਸਰ ਪੈ ਰਿਹਾ ਹੈ। ਤੇ ਕਹਿੰਦੇ ਨੇੜੇ ਹੋ ਕੇ ਦੇਖ ਤੈਨੂੰ ਪਤਾ ਲੱਗੇ। ਆ ਜਿਹੜੀ ਪੰਡ ਇਹਦੇ ਸਿਰ ਤੇ ਰੱਖੀ ਹੋਈ ਹੈ ਇਹ ਜਗਤ ਦੇ ਉਧਾਰ ਵਾਲੀ ਪੰਡ ਹੈ, ਇਹ ਆਮ ਪੰਡ ਨਹੀਂ ਹੈ, ਇਹ ਕੱਖਾਂ ਦੀ ਪੰਡ ਨਹੀਂ ਹੈ, ਸਾਰੇ ਜਗਤ ਦੇ ਉਧਾਰ ਇਹਨਾਂ ਨੇ ਕਰਨਾ ਹੈ। ਤੇ ਇਸੇ ਕਰਕੇ ਉਹ ਪੰਡ ਹੁਣ ਇਹਦੇ ਸਿਰ ਦੇ ਉੱਤੇ ਅਸੀਂ ਰੱਖੀ ਹੈ। ਤੇ ਜਦੋਂ ਮਾਤਾ ਸੁਲੱਖਣੀ ਜੀ ਨੇ ਨੇੜੇ ਹੋ ਕੇ ਦੇਖਿਆ, ਬਿਲਕੁਲ ਉਹ ਸਰੀਰ ਦੇ ਉੱਤੇ ਕੇਸਰ ਦੇ ਛਿੱਟੇ ਪਏ ਹੋਏ ਸੀਗੇ। ਤੇ ਉਸ ਤੋਂ ਬਾਅਦ ਫਿਰ ਬਾਬਾ ਲਹਿਣਾ ਜੀ ਪੱਕੇ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰਹਿਣ ਲੱਗੇ। 7 ਸਾਲ ਲਗਭਗ ਸੇਵਾ ਜਿਹੜੀ 7 ਸਾਲ, ਜਦੋਂ 3 ਸਾਲ ਪੂਰੇ ਹੋਏ ਨਾ ਮਹਾਰਾਜ ਦੇ ਚਰਨਾਂ 'ਚ ਰਹਿੰਦਿਆਂ ਨੂੰ, ਉਸ ਵੇਲੇ ਫਿਰ ਇੱਕ ਵਾਰੀ ਫਿਰ ਮਹਾਰਾਜ ਨੇ ਭੇਜੇ ਸੀ ਵੀ ਤੁਸੀਂ ਇੱਕ ਵਾਰੀ ਫਿਰ ਆਪਣੇ ਨਗਰ ਹੋਇਆ ਆਓ, ਪਿੰਡ ਹੋਇਆ ਆਓ। ਤੇ ਬਾਬਾ ਲਹਿਣਾ ਜੀ 3 ਸਾਲ ਦੇ ਸਮੇਂ ਬਾਅਦ ਤੇ ਫਿਰ ਆਪਣੇ ਨਗਰ ਗਏ। ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਮੁੜ ਕੇ ਆਏ ਜੀ। ਬਾਕੀ ਜਿਹੜਾ ਅੱਜ ਦਾ ਇਤਿਹਾਸ ਆਪਣਾ ਕਿੰਨਾ ਕੁ ਟਾਈਮ ਹੈ ਜੀ? 20 ਮਿੰਟ ਹੈਗੇ। ਜਿਹੜਾ ਅੱਜ ਦਾ ਜਿਹੜਾ ਇਤਿਹਾਸ ਹੈ ਵੀ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਜੀ, ਜੋਤ ਵਿੱਚ ਜੋਤ ਮਿਲਾ ਦੇਣੀ ਮਹਾਰਾਜ ਨੇ। ਵੈਸੇ ਤਾਂ ਗੁਰੂ ਸਾਹਿਬ ਆਪ ਦੇ ਸੱਚਖੰਡ ਗਏ ਨੇ, ਉਹਨਾਂ ਦਾ ਸਰੀਰ ਤਾਂ ਸਾਨੂੰ ਮਿਲਿਆ ਹੀ ਨਹੀਂ ਗਾ। ਤੇ ਜਿਸ ਵੇਲੇ ਮਹਾਰਾਜ ਨੇ ਇਹ ਭਾਣਾ ਵਰਤਾਉਣਾ ਸੀ, ਇੱਕ ਮਹਾਰਾਜ ਦਾ ਸਿੱਖ ਸੀ ਜਿਹਦਾ ਨਾਮ ਸੀ ਸਧਾਰਨ ਜੀ, ਉਹ ਮਹਾਰਾਜ ਦੀ ਸੇਵਾ ਕਰਦਾ ਹੁੰਦਾ ਸੀ। ਤੇ ਆਪ ਜੀ ਨੂੰ ਪਤਾ ਇਸ ਤੋਂ ਪਹਿਲਾਂ ਦਾ ਜਿਹੜਾ ਇਤਿਹਾਸ ਹੈ, ਬਾਬਾ ਲਹਿਣਾ ਜੀ ਨੂੰ ਗੁਰਗੱਦੀ ਦੇਣੀ, ਉਹ ਸ਼ਬਦ ਵੀ ਆਉਂਦਾ ਗੁਰਬਾਣੀ ਵਿੱਚ, ਧਾਨ ਕਰੂਪ ਰਹਾ ਕਰਤਾਰ, ਏਕ ਸਵਨ ਦੋ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮਰਦਾਰ, ਧਾਨ ਕਰੂਪ ਰਹਾ ਕਰਤਾਰ। ਮਹਾਰਾਜ ਨੇ ਸਿੱਖੀ ਦੀ ਪਰਖ ਕੀਤੀ ਸੀ ਜੀ ਆਪਣੇ ਸਾਰੇ ਗੁਰਸਿੱਖਾਂ ਨੇ। ਉਸ ਪਰਖ ਦੇ ਵਿੱਚ ਇੱਕ ਬਾਬਾ ਲਹਿਣਾ ਜੀ ਨਿਤਰੇ ਸੀ ਜੀ। ਤੇ ਜਿਸ ਵੇਲੇ ਆਪ ਜੀ ਨੂੰ ਪਤਾ ਇਹ ਵੀ ਪ੍ਰਸੰਗ ਆਉਂਦਾ ਵੀ ਮਹਾਰਾਜ ਨੇ ਇੱਕ ਮੁਰਦਾ ਬਣਾ ਦਿੱਤਾ, ਮੁਰਦਾ ਬਣਾ ਦਿੱਤਾ ਸੀਗਾ। ਤੇ ਸਾਰੀ ਜਿੰਨੀ ਵੀ ਸੰਗਤ ਮਹਾਰਾਜ ਦੇ ਪਿੱਛੇ ਆਉਂਦੀ ਸੀ ਉਹਨਾਂ ਨੂੰ ਕਹਿੰਦੇ ਜੇ ਮੇਰੇ ਤੁਸੀਂ ਸਿੱਖੋ ਤਾਂ ਮੁਰਦਾ ਖਾਓ। ਉਹ ਕਹਿੰਦੇ ਮਹਾਰਾਜ ਜੀ ਤਾਂ ਮੁਰਦਾ ਖਾ ਨਹੀਂ ਸਕਦੇ, ਪਿੱਛੇ ਮੁੜ ਗਏ। ਉਹਨਾਂ ਦੇ ਵਿੱਚੋਂ ਫਿਰ ਰਹਿ ਕੌਣ ਗਏ? ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ, ਤੇ ਤੀਸਰਾ ਸਰੀਰ ਸੀਗਾ ਭਾਈ ਬਾਲਾ ਜੀ। 3 ਸਰੀਰ ਰਹਿ ਗਏ। ਤਾਂ ਉਸ ਵੇਲੇ ਮਹਾਰਾਜ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਗਏ, ਬਾਕੀ ਚਲੇ ਗਏ? ਕਹਿੰਦੇ ਮਹਾਰਾਜ ਵੀ ਸਾਡਾ ਤਾਂ ਤੁਹਾਡੇ ਬਿਨਾਂ ਹੈ ਹੀ ਕੋਈ ਨਹੀਂ। ਕਹਿੰਦੇ ਜੇ ਸਾਡੀ ਮੰਨਦੇ ਹੋ, ਜੇ ਸਾਡੇ ਤੁਸੀਂ ਸਿੱਖ ਹੋ ਤਾਂ ਫਿਰ ਮੁਰਦਾ ਖਾਓ। ਤਾਂ ਉਹਨਾਂ ਦੇ ਵਿੱਚੋਂ ਬਾਬਾ ਬੁੱਢਾ ਜੀ ਵੀ ਚਲੇ ਗਏ, ਝਾੜੀਆਂ 'ਚ ਲੁੱਕ ਗਏ ਜਾ ਕੇ। ਭਾਈ ਬਾਲਾ ਜੀ ਵੀ ਰਹਿ ਗਏ, ਇੱਕੋ ਇੱਕ ਬਾਬਾ ਲਹਿਣਾ ਜੀ। ਬਾਬਾ ਲਹਿਣਾ ਜੀ ਜਦੋਂ ਖੜੇ ਨੇ, ਮਹਾਰਾਜ ਕਹਿੰਦੇ ਪੁਰਖਾ ਤੂੰ ਖੜਾ ਜੀ? ਕਹਿੰਦਾ ਮਹਾਰਾਜ ਜੀ ਮੇਰਾ ਤਾਂ ਆਪ ਜੀ ਤੋਂ ਬਿਨਾਂ ਕੋਈ ਟਿਕਾਣਾ ਹੀ ਨਹੀਂ। ਕਹਿੰਦੇ ਫਿਰ ਜੋ ਅਸੀਂ ਹੁਕਮ ਕੀਤਾ, ਹੁਕਮ ਮੰਨੇ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਫਿਰ ਹੁਕਮ ਮੰਨ, ਮੁਰਦਾ ਖਾ। ਮੁਰਦੇ ਦੇ ਆਲੇ ਦੁਆਲੇ ਗੇੜੇ ਕੱਢੇ ਬਾਬਾ ਲਹਿਣਾ ਜੀ ਨੇ, ਹੱਥ ਜੋੜ ਕੇ ਖੜ ਗਏ। ਮਹਾਰਾਜ ਕਹਿੰਦੇ ਖਾਂਦਾ ਕਿਉਂ ਨਹੀਂ? ਖਾ। ਕਹਿੰਦੇ ਮਹਾਰਾਜ ਹੁਕਮ ਨਹੀਂ ਹੋਇਆ ਵੀ ਪੈਰਾਂ ਵੱਲੋਂ ਖਾਵਾਂ ਜਾਂ ਸਿਰ ਵੱਲੋਂ ਖਾਵਾਂ। ਮਹਾਰਾਜ ਕਹਿੰਦੇ ਪੈਰਾਂ ਵੱਲੋਂ ਸ਼ੁਰੂ ਕਰਕੇ ਸਿਰ ਤੱਕ ਨਿਬੇੜਨਾ। ਤਾਂ ਕਹਿੰਦੇ ਨੇ ਫਿਰ ਜਿਸ ਵੇਲੇ ਉਹ ਜਿਹੜਾ ਉੱਤੇ ਕੱਪੜਾ ਪਾਇਆ ਹੋਇਆ ਸੀ ਨਾ ਮੁਰਦੇ ਦੇ ਉੱਤੇ, ਚਿਖਾ ਵੀ ਚਿਣ ਕੇ ਇੱਕ ਪਾਸੇ ਰੱਖੀ ਹੋਈ ਸੀ, ਪੂਰਾ ਸੀਨ ਸੀ ਬਣਿਆ ਹੋਇਆ। ਤੇ ਜਿਸ ਵੇਲੇ ਐਂ ਚੱਕਿਆ ਕੱਪੜਾ ਤੇ ਥੱਲੇ ਕੜਾਹ ਪ੍ਰਸ਼ਾਦੀ ਦੇਗ ਸੀ, ਉਹ ਮੁਰਦਾ ਨਹੀਂ ਸੀ। ਤੇ ਬਾਬਾ ਜੀ ਨੇ ਉਹ ਕੜਾਹ ਪ੍ਰਸ਼ਾਦੀ ਦੇਗ ਆਪ ਛਕੀ, ਬਾਬੇ ਲਹਿਣੇ ਜੀ ਨੂੰ ਦਿੱਤੀ। ਉੱਥੇ ਫਿਰ ਐਂ ਅੰਗ ਲਾ ਕੇ ਅੰਗਦ ਬਣਿਆ, ਜਿਉਂ ਦੀਵੇ ਤੂੰ ਦੀਵਾ, ਤੂੰ ਦੂਸਰਾ ਗੁਰੂ ਨਾਨਕ ਬਣ ਗਿਆ। ਮਹਾਰਾਜ ਨੇ ਆਪਣੀ ਜੱਫੀ ਵਿੱਚ ਲੈ ਲਿਆ। ਉੱਥੇ ਹੀ ਫਿਰ ਮਹਾਰਾਜ ਨੇ ਨਾਮ ਵੀ ਅੰਗਦ ਦੇਵ ਜੀ ਰੱਖਿਆ ਸੀ, ਜਿੱਥੇ ਪਹਿਲਾਂ ਬਾਬਾ ਲਹਿਣਾ ਸੀ ਤੇ ਆਪਣੇ ਅੰਗਾਂ ਦੇ ਨਾਲ ਉਹਨਾਂ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਹੁਣ ਇਸ ਗੱਲ ਦਾ ਤਾਂ ਪਤਾ ਫਿਰ ਬਾਅਦ ਵਿੱਚ ਸਾਰੇ ਲੱਗ ਹੀ ਗਿਆ ਸੀ ਨਾ। ਫਿਰ ਪਰਖਾਂ ਬੱਚਿਆਂ ਦੀਆਂ ਵੀ ਹੋਈਆਂ, ਬਾਬਾ ਸ਼੍ਰੀ ਚੰਦ ਜੀ ਦੀ, ਬਾਬਾ ਲਖਮੀ ਦਾਸ ਜੀ ਦੀ। ਹਰ ਪਰਖ ਦੇ ਵਿੱਚ ਉਹ ਕੱਚੇ ਨਿਕਲੇ, ਭਾਵੇਂ ਕਿ ਅੱਜ ਵੀ ਉਹਨਾਂ ਦੇ
ਪੰਥ ਚੱਲਦੇ ਨੇ ਉਹਨਾਂ ਦੀ ਪੂਜਾ ਹੁੰਦੀ ਹੈ। ਗੁਰੂ ਨਾਨਕ ਸੁਪੁੱਤਰ ਨੇ ਬਹੁਤ ਹੀ ਸਤਿਕਾਰਯੋਗ ਨੇ ਜੀ। ਇੱਕ ਗੁਰੂ ਸਾਹਿਬ ਜੀ ਦੀ ਬਿੰਦੀ ਵੰਸ਼ ਹੈ, ਇੱਕ ਨਾਦੀ ਵੰਸ਼ ਹੈ। ਹੁਣ ਨਾਦੀ ਵੰਸ਼ ਤਾਂ ਆਪਾਂ ਸਾਰੇ ਹੀ ਹਾਂ। ਹਾਂਜੀ। ਬਿੰਦੀ ਵੰਸ਼ ਹੈ ਮਹਾਰਾਜ ਜੀ ਦੀ, ਬਾਬਾ ਲਖਮੀ ਦਾਸ ਜੀ, ਬਾਬਾ ਸ਼੍ਰੀ ਚੰਦ ਜੀ, ਹੂੰ। ਉਹਨਾਂ ਦੀਆਂ ਵੰਸ਼ਾਂ ਅੱਜ ਵੀ ਚੱਲਦੀਆਂ ਨੇ। ਜੀ। ਬਾਬਾ ਸ਼੍ਰੀ ਚੰਦ ਜੀ ਦਾ ਉਦਾਸੀ ਪੰਥ ਅੱਜ ਵੀ ਚੱਲ ਰਿਹਾ। ਚੱਲਦਾ ਜੀ। ਤੇ ਮਹਾਰਾਜ ਨੇ ਕਿਹਾ ਸੀਗਾ ਜਦੋਂ ਉਹਨਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਗੁਰਗੱਦੀ ਹੈ ਜਿਹੜੀ ਉਹ ਤੁਸੀਂ ਬਾਬਾ ਲਹਿਣਾ ਜੀ ਨੂੰ ਦੇ ਦਿੱਤੀ, ਹੂੰ। ਇਹ ਇੱਕ ਸੇਵਾਦਾਰ ਨੂੰ ਦੇ ਦਿੱਤੀ, ਅਸੀਂ ਤੁਹਾਡੇ ਪੁੱਤਰ ਸੀ, ਸਾਨੂੰ ਕੌਣ ਪੁੱਛੂਗਾ। ਜੀ। ਮਹਾਰਾਜ ਕਹਿਣ ਲੱਗੇ ਇਹ ਤਾਂ ਗੁਰੂ ਨਾਨਕ ਦੇ ਕੂਕਰਾਂ ਦੀ ਵੀ ਪੂਜਾ ਹੁੰਦੀ ਹੈ, ਹੂੰ। ਕੂਕਰਾਂ ਦੀ ਵੀ ਪੂਜਾ ਹੋਊਗੀ। ਤੁਸੀਂ ਤਾਂ ਮੇਰੇ ਬੱਚੇ ਹੋ, ਹੂੰ। ਤੁਸੀਂ ਮੇਰੇ ਸੁਪੁੱਤਰ ਹੋ, ਤੇ ਤੁਹਾਨੂੰ ਸੰਗਤਾਂ ਸਾਰੀਆਂ ਭੇਟਾਵਾਂ ਵੀ ਦੇਣਗੀਆਂ, ਰਿੱਧੀਆਂ ਸਿੱਧੀਆਂ ਨਿੱਧੀਆਂ ਤੁਹਾਡੇ ਦਰਵਾਜ਼ੇ ਤੇ ਤੁਹਾਡੇ ਚਰਨ ਚੁੰਮਣਗੀਆਂ, ਹੂੰ। ਕਿਸੇ ਚੀਜ਼ ਦਾ ਤੁਹਾਨੂੰ ਘਾਟਾ ਨਹੀਂ ਘਾਟਾ ਨਹੀਂ ਰਹੂਗਾ। ਤਾਂ ਇਸੇ ਕਰਕੇ ਅੱਜ ਉਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਦੋਨੇ ਸੁਪੁੱਤਰ ਨੇ ਉਹਨਾਂ ਦੀ ਵੀ ਅੱਜ ਪੂਜਾ ਹੁੰਦੀ ਹੈ, ਹੂੰ। ਉਹਨਾਂ ਦੇ ਵੀ ਅੱਜ ਪੰਥ ਚੱਲਦੇ ਨੇ। ਸੋ ਜੋਤੀ ਦੇ ਦਿਵਸ ਤੇ ਆਪ ਜੀ ਭਾਈ ਸਧਾਰਨ ਜੀ ਦੀ ਇੱਕ ਸਾਖੀ ਸਾਂਝੀ ਕਰਨ ਲੱਗੀ। ਹਾਂਜੀ ਹਾਂਜੀ, ਉਹ ਜੋ ਭਾਈ ਸਧਾਰਨ ਜੀ ਦੀ ਸਾਖੀ ਸੀਗੀ, ਤੇ ਮਹਾਰਾਜ ਕਹਿਣ ਲੱਗੇ ਸਧਾਰਨ ਵੀ ਸਾਡਾ ਜਿਹੜਾ ਸਮਾਂ ਹੁਣ ਉਹ ਨੇੜੇ ਆ। ਜੀ। ਗੁਰੂ ਸਾਹਿਬ ਕਹਿਣ ਲੱਗੇ ਵੀ ਤੂੰ ਐਂ ਕਰ ਵੀ ਕੋਠਾ ਲਿਪ ਦੇ। ਇੱਕ ਮਹਾਰਾਜ ਨੇ ਜਦੋਂ ਅਖੀਰਲੇ ਸਮੇਂ ਦੇ ਵਿੱਚ ਨਾ ਇੱਕ ਆਪਣੇ ਵਾਸਤੇ ਇੱਕ ਕੱਚਾ ਕੋਠਾ ਬਣਵਾਇਆ ਸੀਗਾ, ਜੀ। ਉਹਦੇ ਵਿੱਚ ਰੋਡ ਵਿਛਾਏ ਹੋਏ ਸੀਗੇ। ਇਹ ਕਰਤਾਰਪੁਰ ਦੀ ਘਟਨਾ ਹੈ। ਕਰਤਾਰਪੁਰ ਦੇ ਜੀ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਜੇ ਹੁਣ ਇਤਿਹਾਸ ਨਾਲ ਹੀ ਹੈ ਤਾਂ ਇਤਿਹਾਸ ਬਹੁਤ ਲੰਮਾ ਹੈ, ਹੂੰ। ਇਹ ਮਹਾਰਾਜ ਦਾ ਅੰਤਮ ਸਮੇਂ ਦਾ। ਜੀ। ਤੇ ਪਹਿਲਾਂ ਮਹਾਰਾਜ ਜੀ ਨੇ ਜਿਹੜੇ ਕਾਮੇ ਰੱਖੇ ਸੀ, ਖੇਤੀਪੱਤੀ ਵੀ ਮਹਾਰਾਜ ਉੱਥੇ ਕਰਾਉਂਦੇ ਸੀਗੇ। ਤੇ ਉਹਦੇ ਵਿੱਚ ਜਿੱਥੇ 3 ਟਾਈਮ ਦੀ ਰੋਟੀ ਹੁੰਦੀ ਸੀ, 2 ਟਾਈਮ ਦੀ ਰੋਟੀ ਕਰਤੀ ਕਾਮਿਆਂ ਵਾਸਤੇ। ਅੱਛਾ ਜੀ। ਤੇ ਉਹਦੇ ਵਿੱਚੋਂ ਮੇਰੇ ਵਰਗੇ ਜਿਹੜੇ ਸ਼ਕੌਏ ਸੀ ਕੁਣ ਕੇ ਉਹ ਭੱਜ ਗਏ। ਜੀ। ਉਦੋਂ ਬਾਅਦ 1 ਟਾਈਮ ਦੀ ਰੋਟੀ ਕਰਤੀ। ਵਾਹਿਗੁਰੂ। ਫਿਰ ਉਸ ਤੋਂ ਬਾਅਦ 1 ਦਿਨ ਛੱਡ ਕੇ ਰੋਟੀ ਮਿਲਣ ਲੱਗੀ। ਜੀ। ਉਹਦੇ ਵਿੱਚੋਂ ਚਲ ਇਹ ਵੀ ਇੱਕ ਸਿੱਖੀ ਦੀ ਇੱਕ ਪਰਖੇ ਸੀਗੀ ਉਸ ਵੇਲੇ। ਹੂੰ। ਤੇ ਇਉਂ ਕਰਕੇ ਫਿਰ ਮਹਾਰਾਜ ਜੀ ਇੱਕ ਅੱਕ ਦਾ ਜਿਹੜਾ ਉਹ ਕਹਿੰਦੇ ਨੇ ਫੁੱਲ, ਜੀ। ਸਿਰੇ ਤੇ ਜਾ ਕੇ ਇੱਕ ਫੁੱਲ ਹੀ ਮਹਾਰਾਜ ਛਕਦੇ ਸੀ, ਫਿਰ ਉਹ ਵੀ ਛਕਣਾ ਬੰਦ ਕਰ ਦਿੱਤਾ ਸੀ ਮਹਾਰਾਜ ਨੇ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਜੀ। ਇਹ ਅੱਜ ਆਪਾਂ ਇਹ ਪੰਗਤੀਆਂ ਪੜ੍ਹਦੇ ਹਾਂ, ਤੇ ਉਹ ਰੋੜਾਂ ਦੀ ਵਿਛਾਈ ਉਸ ਕਮਰੇ ਵਿੱਚ ਮਹਾਰਾਜ ਦੀ ਕੀਤੀ ਕਰਵਾਈ ਹੋਈ ਸੀ। ਜੀ। ਉਹ ਉਸ ਕਮਰੇ ਦੇ ਵਿੱਚ ਬਿਰਾਜਦੇ ਸੀ ਮਹਾਰਾਜ, ਜੀ। ਬੰਦਗੀ ਕਰਦੇ ਰਹਿੰਦੇ ਸੀ। ਅੰਤਲੇ ਸਮੇਂ। ਭਾਵੇਂ ਕਿ ਬੰਦਗੀ ਦਾ ਸਰੂਪ ਇਹ ਸੀ, ਉਹਨਾਂ ਨੂੰ ਤਾਂ ਬੰਦਗੀ ਕਰਨ ਦੀ ਲੋੜ ਹੀ ਨਹੀਂ ਸੀ, ਪਰ ਉਹ ਸਾਨੂੰ ਪੂਰਨਾ ਪਾਇਆ ਮਹਾਰਾਜ ਨੇ। ਜੀ। ਤੇ ਸੁਧਾਰਨ ਨੂੰ ਕਹਿਣ ਲੱਗੇ ਸੁਧਾਰਨਾ ਵੀ ਤੂੰ ਅੰਦਰੋਂ ਸਾਰਾ ਲਿਪ ਦੇ। ਹੂੰ। ਉਹਨਾਂ ਨੇ ਲਿਪ ਦਿੱਤਾ। ਉਸ ਤੋਂ ਬਾਅਦ ਫਿਰ ਕਹਿਣ ਲੱਗੇ ਤੂੰ ਐਂ ਕਰ ਡੰਗਰਾਂ ਵਾਸਤੇ ਗਊਆਂ ਵਾਸਤੇ ਘਾਹ ਲਿਆ ਖੋਤ ਕੇ। ਜੀ। ਤਾਂ ਸੁਧਾਰਨ ਜੀ ਘਾਹ ਖੋਤਣ ਵਾਸਤੇ ਚਲੇ ਗਏ। ਤੇ ਜਿਸ ਵੇਲੇ ਉਹ ਘਾਹ ਖੋਤਣ ਵਾਸਤੇ ਗਏ, ਉਹਨਾਂ ਨੂੰ 3 ਰਿਸ਼ੀ ਮਿਲੇ। ਜੀ। ਉਹ ਕਹਿਣ ਲੱਗੇ ਵੀ ਸਾਡਾ ਇੱਕ ਸੁਨੇਹਾ ਦੇਣਾ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਨੂੰ, ਵੀ ਅਸੀਂ ਇੱਕ ਸੁਨੇਹਾ ਦੇਣ ਵਾਸਤੇ ਆਏ ਹਾਂ। ਜੀ। ਉਹ ਕਹਿੰਦਾ ਵੀ ਮੈਂ ਸੁਨੇਹਾ ਦਊਂਗਾ ਬਾਅਦ 'ਚ, ਪਹਿਲਾਂ ਮੈਂ ਡੰਗਰਾਂ ਵਾਸਤੇ ਪੱਠੇ ਵੱਢਣੇ ਆ, ਘਾਹ ਵੱਢਣਾ ਹੈ, ਘਾਹ ਜਾ ਕੇ ਡੰਗਰਾਂ ਨੂੰ ਪਾਉਣਾ ਹੈ, ਤੇ ਫਿਰ ਮੈਂ ਸੁਨੇਹਾ ਦੇਊਂਗਾ ਵੀ ਮੈਨੂੰ ਟਾਈਮ ਲੱਗ ਜਾਣਾ ਜੇ ਪੱਠੇ ਵੱਢਣ ਵਾਸਤੇ। ਉਹਨਾਂ ਨੇ ਫਿਰ ਇੱਕ ਘਾਹ ਦੀਆਂ ਤਿੜਾਂ ਤੋੜੀਆਂ, ਇੰਨੀ ਕੁ ਤਿੜ ਤੋਂ ਉਹਨਾਂ ਨੇ ਇੱਕ ਵੱਡਾ ਭਰਾ ਬਣਾ ਦਿੱਤਾ, ਜੀ। ਸਧਾਰਨ ਦੇ ਸਿਰ 'ਤੇ ਰਖਾ ਦਿੱਤਾ। ਕਹਿੰਦੇ ਵੀ ਛੇਤੀ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਾਡਾ ਸੁਨੇਹਾ ਦੇਣਾ ਹੈ। ਤੇ ਇੱਕ ਮੁੱਠੀ ਭਰ ਕੇ ਸੁਆਹ ਦੀ ਦਿੱਤੀ ਰਾਖ ਦੀ। ਉਹ ਰਾਖ ਦੀ ਜਿਹੜੀ ਮੁੱਠੀ ਸੀ ਉਹ ਸਧਾਰਨ ਲੈ ਕੇ ਤੇ ਸਿਰ ਦੇ ਉੱਤੇ ਪੱਠੇ ਲੈ ਕੇ ਚਲਿਆ ਗਿਆ। ਪੱਠੇ ਛੱਡ ਤੇ ਗੁਰੂ ਨਾਨਕ ਪਾਤਸ਼ਾਹ ਕੋਲ ਆ ਗਏ। ਮਹਾਰਾਜ ਕਹਿੰਦੇ ਸਧਾਰਨਾ ਤੂੰ ਹੁਣੇ ਹੀ ਗਿਆ ਸੀ, ਹੁਣੇ ਹੀ ਮੁੜਿਆ ਆਇਆ, ਇਹ ਕਿੱਥੋਂ ਚੱਕ ਕੇ ਲੈ ਕੇ ਕੋਈ ਚੋਰੀ ਕਰਕੇ ਤਾਂ ਨਹੀਂ ਲੈ ਕੇ ਆਇਆ ਪੱਠੇ? ਕਹਿੰਦਾ ਨਹੀਂ ਮਹਾਰਾਜ ਮੈਂ ਘਾਹ ਚੋਰੀ ਨਹੀਂ ਕਰਕੇ ਲੈ ਕੇ ਆਇਆ, ਤੁਹਾਡੀਆਂ ਮਹਾਰਾਜ ਤੁਸੀਂ ਉਹ ਜਾਣੋ, ਮੈਨੂੰ ਤਾਂ 3 ਫਕੀਰ ਮਿਲੇ ਸੀ ਜੀ। ਤੇ ਉਹਨਾਂ ਨੇ ਕਿਹਾ ਸੀ ਵੀ ਆਹ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਾਡਾ ਸੁਨੇਹਾ ਦੇਣਾ ਵੀ ਆਹ ਉਹਨਾਂ ਨੇ ਮਹਾਰਾਜ ਰਾਖ ਦਿੱਤੀ ਹੈ ਜੀ। ਤੇ ਮੈਂ ਉਹਨਾਂ ਨੂੰ ਫਿਰ ਜਵਾਬ ਦਿੱਤਾ ਵੀ ਮੈਨੂੰ ਟਾਈਮ ਲੱਗ ਜਾਣਾ ਸੁਨੇਹਾ ਦੇਣ ਨੂੰ, ਵੀ ਮੈਂ ਅਜੇ ਘਾਹ ਵੱਢਣਾ। ਉਹ ਫਿਰ ਕਹਿੰਦੇ ਉਹਨਾਂ ਨੇ ਐਂ ਥੋੜ੍ਹਾ ਜਿਹਾ ਘਾਹ ਚੱਕਿਆ, ਉਹ ਤੋਂ ਇੱਕ ਵੱਡੀ ਪੰਡ ਬਣਾ ਕੇ ਮੇਰੇ ਸਿਰ 'ਤੇ ਰੱਖ ਦਿੱਤੀ। ਮਹਾਰਾਜ ਕਹਿਣ ਲੱਗੇ ਸੁਧਾਰਨਾ ਉਹਨਾਂ ਵਿੱਚ ਇੱਕ ਤਾਂ ਬ੍ਰਹਮਾ ਸੀ, ਇੱਕ ਵਿਸ਼ਨੂੰ ਜੀ ਤੇ ਇੱਕ ਮਹੇਸ਼ ਸ਼ਿਵ ਜੀ। ਇਹ ਸ਼ਿਵ ਜੀ ਨੇ ਰਾਖ ਦਿੱਤੀ ਹੈ, ਇਹ ਤੂੰ ਸਾਡੇ ਜਾਣ ਦਾ ਸੁਨੇਹਾ ਲਿਆਇਆ ਸੁਧਾਰਨਾ, ਸਾਡੇ ਸੱਚਖੰਡ ਜਾਣ ਦਾ ਸੁਨੇਹਾ। ਤੇ ਸੰਤ ਮਹਾਰਾਜ ਧਾਰਨਾ ਪੜ੍ਹਿਆ ਕਰਦੇ ਵੀ ਇਹ ਸਾਡੇ ਸੱਚਖੰਡ ਜਾਣ ਦਾ ਤੂੰ ਸੁਨੇਹਾ ਲੈ ਕੇ ਆਇਆ।
ਤਾਂ ਉਸ ਵੇਲੇ ਫਿਰ ਮਹਾਰਾਜ ਨੇ ਸਾਰੀ ਸੰਗਤ ਨੂੰ ਉਸ ਵੇਲੇ ਆਪਣੇ ਸੱਤਵੀਂ ਨੂੰ ਮਹਾਰਾਜ ਨੇ ਜਾਣਾ ਸੀ, ਬਦੀ ਸੱਤਵੀਂ। ਜੀ ਆ ਜਿਹੜਾ ਹੁਣ ਮਹੀਨਾ ਚੱਲ ਰਿਹਾ ਨਾ, ਹੂੰ ਇਹ ਮਹੀਨੇ ਦੀ ਇਹ ਮਹੀਨਾ ਚੱਲਦਾ ਆਪਣੇ ਅੱਸੂ ਦਾ। ਅੱਸੂ ਜੀ ਅੱਸੂ ਬਦੀ ਸੱਤਵੀਂ ਨੂੰ ਮਹਾਰਾਜ ਨੇ ਜਾਣਾ ਸੀ। ਮਹਾਰਾਜ ਨੇ ਉਸ ਵੇਲੇ ਐਲਾਨ ਵੀ ਕਰਤਾ ਸੀ ਵੀ ਅੱਸੂ ਬਦੀ ਸੱਤਵੀਂ ਨੂੰ ਅਸੀਂ ਕੱਲ੍ਹ ਨੂੰ ਜਾਵਾਂਗੇ ਜੀ। ਅਤੇ ਜਿਸ ਵੇਲੇ ਸੰਗਤਾਂ ਨੂੰ ਪਤਾ ਲੱਗਿਆ, ਦੂਰ ਦੂਰ ਤੋਂ ਸੰਗਤਾਂ ਸਾਰੀਆਂ ਇਕੱਠੀਆਂ ਹੋਈਆਂ ਅਤੇ ਮਾਤਾ ਸੁਲੱਖਣੀ ਜੀ ਵੀ ਆ ਗਏ। ਉਹਨਾਂ ਨੇ ਬੜਾ ਰੁਦਨ ਕੀਤਾ। ਮਹਾਰਾਜ ਕਹਿੰਦੇ ਇਸ ਦੁਨੀਆ 'ਤੇ ਅੱਜ ਤੱਕ ਕੋਈ ਥਰ ਨਹੀਂ ਰਿਹਾ, ਸੇਕ ਹਯਾਤੀ ਜਗ ਨ ਕੋਈ ਥਰ ਰਹਿਆ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਇਸੇ ਕਰਕੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬ ਮਨੋ ਵਿਸਾਰੀ ਹੈ। ਰਾਣਾ ਰਾਓ ਨਾ ਕੋ ਰਹਿ ਰੰਗ ਨ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਅਤੇ ਇਸ ਕਰਕੇ ਵੀ ਇੱਥੋਂ ਇੱਕ ਦਿਨ ਜਾਣਾ ਸਭ ਨੇ, ਵੀ ਤੁਸੀਂ ਇਹ ਤਿਆਰੀਆਂ ਕਰੋ। ਅਤੇ ਫਿਰ ਮਾਤਾ ਜੀ ਨੇ, ਮਾਤਾ ਸੁਲੱਖਣੀ ਜੀ ਨੇ, ਇਤਿਹਾਸ ਦੇ ਵਿੱਚ ਗੱਲ ਆਉਂਦੀ ਹੈ, ਬੇਨਤੀ ਕੀਤੀ ਹੱਥ ਜੋੜ ਕੇ, ਮਹਾਰਾਜ ਜੀ ਵੀ ਕੱਲ੍ਹ ਨੂੰ ਪਰਸੋਂ ਨੂੰ 8ਵੀਂ ਦਾ ਤੁਹਾਡੇ ਪਿਤਾ ਮਹਿਤਾ ਕਲਿਆਣ ਦਾਸ ਜੀਆਂ ਦਾ ਸਰਾਧ ਹੈ ਜੀ। ਵੀ ਮਹਾਰਾਜ ਉਹ ਕਰਕੇ ਫਿਰ ਤੁਸੀਂ ਬਾਅਦ ਵਿੱਚ ਚਲੇ ਜਾਇਓ। ਵਾਹਿਗੁਰੂ। ਹੁਣ ਮੌਤ ਤਾਂ ਉਹਨਾਂ ਦੇ ਹੱਥ 'ਚ ਸੀ ਜੀ। ਮੌਤ ਤਾਂ ਉਹਨਾਂ ਵਾਸਤੇ ਖੜਾਵੀਏ ਸੀਗੀ। ਹੂੰ। ਮਹਾਰਾਜ ਕਹਿਣ ਲੱਗੇ ਠੀਕ ਹੈ, 8ਵੀਂ ਨੂੰ ਇਹ ਅਸੀਂ ਕਾਰਜ ਕਰਕੇ ਉਸ ਤੋਂ ਬਾਅਦ ਅਸੀਂ ਹੁਣ ਬਦੀ 10ਵੀਂ ਨੂੰ ਜਾਵਾਂਗੇ। ਗੁਰੂ ਸਾਹਿਬ ਜੀ 1596 ਸੰਮਤ 1596, ਹਾਂ ਬਿਕਰਮੀ ਸੰਮਤ 1596 ਅਤੇ ਅੱਸੂ ਬਦੀ 10ਵੀਂ ਜੀ ਗੁਰੂ ਸਾਹਿਬ ਜੀ ਨੇ ਸੱਚਖੰਡ ਪਿਆਨਾ ਕੀਤਾ। ਪਰ ਉਸ ਦਿਨ 8ਵੀਂ ਵਾਲੇ ਦਿਨ ਸਰਾਧ ਵੀ ਹੋਇਆ, ਸੰਗਤਾਂ ਨੇ ਸਾਰੀਆਂ ਉਹਦੇ ਵਿੱਚ ਸ਼ਾਮਲ ਵੀ ਹੋਈਆਂ। ਅਤੇ ਫਿਰ ਜਿਸ ਦਿਨ ਮਹਾਰਾਜ ਨੇ ਜਾਣਾ ਸੀਗਾ, ਉਸ ਦਿਨ ਫਿਰ ਮਹਾਰਾਜ ਨੇ ਬੱਚਿਆਂ ਨੂੰ ਵੀ ਖਬਰ ਭੇਜੀ ਜੀ ਵੀ ਅਸੀਂ ਸੱਚਖੰਡ ਜਾਣਾ ਹੈ, ਵੀ ਬੱਚਿਆਂ ਨੂੰ ਬੁਲਾਓ। ਪਹਿਲਾਂ ਤਾਂ ਉਹ ਆਏ ਨਹੀਂ, ਦੂਜੀ ਵਾਰ ਫਿਰ ਮਾਤਾ ਸੁਲੱਖਣੀ ਜੀ ਆਪ ਲੈ ਕੇ ਆਏ ਵੀ ਪਿਤਾ ਜੀ ਨੇ ਤੁਹਾਡੇ ਨੇ ਚਲੇ ਜਾਣਾ, ਵੀ ਤੁਸੀਂ ਹੁਣ ਦਰਸ਼ਨ ਕਰ ਲਓ, ਅੰਤਮ ਦਰਸ਼ਨ ਨੇ ਜੀ। ਫਿਰ ਉਸ ਵੇਲੇ ਹੀ ਆਹ ਬਚਨ ਜੋ ਮੈਂ ਪਹਿਲਾਂ ਵੀ ਕਰ ਚੁੱਕਿਆ ਵੀ ਮਹਾਰਾਜ ਤੁਸੀਂ ਗੁਰਗੱਦੀ ਜਿਹੜੀ ਆ ਬਾਬਾ ਲਹਿਣਾ ਜੀ ਨੂੰ, ਬਾਬਾ ਲਹਿਣਾ ਜੀ ਨੂੰ ਮਹਾਰਾਜ ਨੇ ਉੱਥੇ ਭੇਜਤਾ ਸੀਗਾ, ਸਤਿਗੁਰੂ ਸੱਚੇ ਪਾਤਸ਼ਾਹ ਨੇ, ਨਹੀਂ ਬਾਬਾ ਲਹਿਣਾ ਖਡੂਰ ਸਾਹਿਬ, ਹਾਂ ਬਾਬਾ ਲਹਿਣਾ ਜੀ ਨੂੰ ਮਹਾਰਾਜ ਨੇ ਖਡੂਰ ਸਾਹਿਬ ਭੇਜ ਦਿੱਤਾ ਵੀ ਤੁਸੀਂ ਇੱਥੇ ਨਹੀਂ ਹੁਣ ਆਉਣਾ, ਕਰਤਾਰਪੁਰੇ ਨਹੀਂ ਆਉਣਾ। ਜਦੋਂ ਗੁਰਗੱਦੀ ਦੇ ਕੇ ਮਹਾਰਾਜ ਨੇ ਕਰਤਾਰਪੁਰੇ ਭੇਜਤਾ ਸੀ। ਉਹ ਕਹਿਣ ਲੱਗੇ ਮਹਾਰਾਜ ਫਿਰ ਜਦੋਂ ਤੁਸੀਂ ਜਿਸ ਦਿਨ ਸੱਚਖੰਡ ਜਾਣਾ ਉਸ ਦਿਨ ਅਸੀਂ ਆ ਸਕਦੇ ਹਾਂ? ਕਹਿੰਦੇ ਨਹੀਂ ਜੀ, ਤੁਸੀਂ ਉਸ ਦਿਨ ਵੀ ਨਹੀਂ ਆਉਣਾ। ਕਹਿੰਦੇ ਮਹਾਰਾਜ ਜੇ ਮੇਰਾ ਮਨ ਤੁਹਾਡੇ ਦਰਸ਼ਨਾਂ ਨੂੰ ਕਰੂਗਾ, ਕਹਿੰਦੇ ਫਿਰ ਆਪ ਮਿਲਾਂਗੇ ਤੈਨੂੰ ਅਸੀਂ ਜੀ। ਉਹਨਾਂ ਦਿਨਾਂ ਵਿੱਚ ਇੱਕ ਵਾਰ ਗੁਰੂ ਸਾਹਿਬ ਜੀ ਆਪ ਖਡੂਰ ਸਾਹਿਬ ਮਿਲ ਕੇ ਵੀ ਆਏ ਬਾਬਾ ਲਹਿਣਾ ਜੀ ਨੂੰ। ਅਤੇ ਜਦੋਂ ਆਪਾਂ ਖਡੂਰ ਸਾਹਿਬ ਤੋਂ ਬਾਹਰ ਨੂੰ ਲੰਘਦੇ ਹਾਂ, ਅੱਗੇ ਇੱਕ ਸਥਾਨ ਬਣਿਆ ਹੋਇਆ, ਸ਼ਾਇਦ ਗਏ ਹੋਵੋ, ਅਤੇ ਉੱਥੇ ਜਿਸ ਵੇਲੇ ਬਾਬਾ ਲਹਿਣਾ ਜੀ ਕੋਲ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲਣ ਵਾਸਤੇ ਗਏ ਸੀ, ਕਿਉਂਕਿ ਚਰਨਾਂ ਦੇ ਪ੍ਰੀਤ ਦੇ ਬਹੁਤ ਬੇਵਲ ਹੋਏ ਸੀਗੇ। ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ ਜੀ। ਤਾਂ ਜਿਸ ਵੇਲੇ ਫਿਰ ਮਹਾਰਾਜ ਉੱਥੋਂ ਤੁਰਨ ਲੱਗੇ ਤਾਂ ਬਾਬਾ ਲਹਿਣਾ ਜੀ ਕਹਿੰਦੇ ਮਹਾਰਾਜ ਮੈਂ ਥੋੜ੍ਹੀ ਦੂਰ ਤੱਕ ਆਪ ਜੀ ਨੂੰ ਛੱਡ ਕੇ ਆਉਣਾ। ਬਾਬਾ ਲਹਿਣਾ ਜੀ ਪਿੱਛੇ ਸੀਗੇ, ਜਿੱਥੇ ਅੱਜ ਉੱਥੇ ਇੱਕ ਹੋਰ ਅਸਥਾਨ ਬਣਿਆ ਹੋਇਆ, ਉੱਥੇ ਮਹਾਰਾਜ ਖੜ੍ਹ ਗਏ ਗੁਰੂ ਨਾਨਕ ਪਾਤਸ਼ਾਹ। ਕਹਿੰਦੇ ਉਸ ਵੇਲੇ ਕਹਿੰਦੇ ਪੁਰਖਾ ਬਹਿ ਜਾ ਜੀ, ਤੂੰ ਇੱਥੇ ਬਹਿ ਜਾ, ਅਸੀਂ ਚੱਲਦੇ ਹਾਂ। ਮਹਾਰਾਜ ਨੇ ਤਾਂ ਕਿਹਾ ਸੀ ਵੀ ਪੁਰਖਾ ਬਹਿ ਜਾ। ਉੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ 1.25 ਮਹੀਨਾ ਬੈਠੇ ਰਹੇ। ਅੱਜ ਉੱਥੇ ਸਥਾਨ ਬਣਿਆ ਹੋਇਆ ਜੀ। ਉਹਨਾਂ ਨੇ ਤਾਂ ਕਿਹਾ ਸੀ ਵੀ ਤੁਸੀਂ ਮੁੜ ਜਾਓ ਪਿੱਛੇ, ਮਤਲਬ ਵੀ ਪੁਰਖਾ ਬਹਿ ਜਾ। ਪਰ ਉਹ ਫਿਰ ਜਦੋਂ ਗੁਰੂ ਸਾਹਿਬ ਜੀ ਨੇ ਉੱਥੋਂ ਬਚਨ ਕੀਤਾ ਵੀ ਹੁਣ ਉੱਠ ਜਾ, ਤਾਂ ਮਹਾਰਾਜ ਉੱਠ, ਇੰਨੀ ਆਗਿਆ ਦਾ ਪਾਲਣ ਕਰਦੇ ਹੁਕਮ, ਮਤਲਬ ਇੰਨਾ ਮਹਾਰਾਜ ਦਾ ਹੁਕਮ ਮੰਨਦੇ ਸੀ। ਸੋ ਇਸ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਜਿਸ ਦਿਨ ਭਾਣਾ ਵਰਤਾਇਆ ਜੀ, ਉੱਥੇ ਕੁਸ਼ਾ ਦਾ ਆਸਣ ਵਿਛਾ ਲਿਆ। ਸਿੱਖਾਂ ਸੇਵਕਾਂ ਨੇ ਵਿਛਾਇਆ ਹੋਣਾ। ਕੁਸ਼ਾ ਦਾ ਆਸਣ ਵਿਛਾ ਕੇ ਚਿੱਟਾ ਚਾਦਰਾ ਉਹਦੇ 'ਤੇ ਵਿਛਾ ਦਿੱਤਾ, ਅਤੇ ਗੁਰੂ ਸਾਹਿਬ ਜੀ ਉਸ ਚਿੱਟੇ ਚਾਦਰੇ ਦੇ ਉੱਤੇ ਲੇਟ ਜਾਂਦੇ ਨੇ। ਉੱਤੇ ਇੱਕ ਹੋਰ ਚਿੱਟਾ ਚਾਦਰਾ ਲੈ ਲਿਆ,
ਜਿਹਨੂੰ ਵੀ ਪਤਾ ਲੱਗਿਆ, ਕਿਉਂਕਿ 4 ਉਦਾਸੀਆਂ ਹੋ ਚੁੱਕੀਆਂ ਸੀ, ਜੀ ਸੰਗਤਾਂ ਨੇ ਦੂਰ ਦੂਰ ਤੋਂ ਆਉਣਾ ਸੀ, ਇਕੱਠ ਬਹੁਤ ਸੀਗਾ ਉਸ ਦਿਨ, ਬਹੁਤ ਜੀ। ਜ਼ਿਆਦਾ ਇਕੱਠ ਸੀਗਾ। ਹੂੰ, ਹਿੰਦੂ ਵੀ ਆਏ ਹੋਏ ਸੀਗੇ, ਮੁਸਲਮਾਨ ਵੀ ਆਏ ਹੋਏ ਸੀ, ਥਾਂ ਥਾਂ ਤੋਂ ਦੁਨੀਆ ਸਾਰੀ ਆਈ ਹੋਈ ਸੀ। ਜੀ ਕਹਿੰਦੇ ਨੇ ਉਸ ਵੇਲੇ ਜਦੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਜਥਾ ਕਾਬਲ ਤੋਂ ਆਇਆ, ਜੀ। ਉਹ ਸੀਗੇ ਸਾਰੇ ਮੁਸਲਮਾਨ। ਹੂੰ, ਉਹ ਕਹਿੰਦੇ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ। ਜੀ। ਉਹ ਕਹਿੰਦੇ ਵੀ ਹੁਣ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਣੇ, ਹੂੰ, ਵੀ ਹੁਣ ਤੁਹਾਨੂੰ ਦਰਸ਼ਨ ਨਹੀਂ ਕਰਾ ਸਕਦੇ। ਠੀਕ ਹੈ, ਗੁਰੂ ਸਾਹਿਬ ਨੇ ਤਾਂ ਭਾਣਾ ਵਰਤਾਤਾ। ਜੀ। ਤੇ ਹੁਣ ਉਹ ਕਹਿੰਦੇ ਭਾਣਾ ਵਰਤਾਤਾ ਮਹਾਰਾਜ ਨੇ? ਕਹਿੰਦੇ ਹਾਂ। ਹੁਣ ਇਹ ਗੁਰੂ ਸਾਹਿਬ ਜਾਣਦੇ ਨੇ, ਆਪਾਂ ਇਸ ਬਾਰੇ ਨਹੀਂ ਜਾਣ ਸਕਦੇ ਜੀ। ਵੀ ਮਹਾਰਾਜ ਨੇ ਭਾਣਾ ਵਰਤਾਤਾ ਸੀ। ਸੱਚਖੰਡ ਮਹਾਰਾਜ ਚਲੇ ਗਏ। ਹੂੰ, ਤਾਂ ਉਸ ਵੇਲੇ ਉਹ ਕਹਿਣ ਲੱਗੇ ਵੀ ਜੇ ਭਾਣਾ ਵਰਤਾ ਦਿੱਤਾ ਵੀ ਤਾਂ ਅਸੀਂ ਮਹਾਰਾਜ ਦੀ ਕਬਰ ਬਣਾਵਾਂਗੇ। ਹੂੰ, ਉਹ ਜਿਹੜੇ ਦੂਸਰੇ ਸੀਗੇ ਹਿੰਦੂ ਸਨਾਤਨ ਧਰਮ ਦੇ ਸਾਰੇ ਮੰਨਣ ਵਾਲੇ, ਉਹ ਕਹਿੰਦੇ ਅਸੀਂ ਆਪਣੇ ਮਤ ਅਨੁਸਾਰ ਕਿਰਿਆ ਹਾਂ, ਅਸੀਂ ਚਿਖਾ ਬਣਾਵਾਂਗੇ, ਅਸੀਂ ਆਪਣੀ ਮਤ ਦੇ ਅਨੁਸਾਰ ਸੰਸਕਾਰ ਕਰਾਂਗੇ। ਉਹ ਕਹਿੰਦੇ ਅਸੀਂ ਮਹਾਰਾਜ ਦੀ ਕਬਰ ਬਣਾਵਾਂਗੇ। ਜੀ। ਇੱਥੋਂ ਤੱਕ ਵੀ ਇਤਿਹਾਸ ਦੱਸਦਾ ਵੀ ਆਪਸ ਵਿੱਚ ਹੀ ਹਥਿਆਰ ਵੀ ਕੱਢ ਲਏ ਇਹਨਾਂ ਗੱਲਾਂ ਨੂੰ ਲੈ ਕੇ, ਪਰ ਗੁਰੂ ਨਾਨਕ ਪਾਤਸ਼ਾਹ ਨੂੰ ਸਮਝ ਨਹੀਂ ਸਕੇ। ਕਹਿੰਦੇ ਫਿਰ ਉਸ ਵੇਲੇ ਵਿੱਚ ਕਈ ਸਿਆਣੇ ਬੰਦੇ ਵੀ ਹੁੰਦੇ ਨੇ, ਉਹ ਕਹਿੰਦੇ ਪਹਿਲਾਂ ਅੰਦਰ ਜਾ ਕੇ ਤਾਂ ਦੇਖ ਲਓ, ਤੁਸੀਂ ਇੱਥੇ ਝਗੜਾ ਕਰੀ ਜਾਂਦੇ ਹੋ ਬਾਹਰ ਖੜੇ, ਅੰਦਰ ਜਾ ਕੇ ਵੀ ਦੇਖ ਲਓ। ਜਦ ਅੰਦਰ ਜਾ ਕੇ ਦੇਖਿਆ, ਉਹ ਜਿਹੜੀ ਚਾਦਰ ਪਈ ਸੀ ਉਹਦੇ ਉੱਤੇ ਫੁੱਲ ਪਏ ਸੀ। ਗੁਰੂ ਨਾਨਕ ਪਾਤਸ਼ਾਹ ਦਾ ਸਰੀਰ ਨਹੀਂ ਮਿਲਿਆ। ਮਹਾਰਾਜ ਸਣ ਦੇ ਸੱਚਖੰਡ ਚਲੇ ਗਏ। ਉਹ ਜਿਹੜੇ ਫੁੱਲ ਪਏ ਸੀਗੇ ਉਹ ਥੋੜ੍ਹੇ ਜਿਹੇ ਉਹ ਵੀ ਵੰਡ ਲਏ, ਉਹਦੀ ਵੀ ਵੰਡੀ ਪਾ ਲਈ। ਉਹ ਚਾਦਰ ਵੀ ਇੱਕ ਨਹੀਂ ਰੱਖ ਸਕੇ। ਉਹ ਜਿਹੜੀ ਰਾਵੀ ਦੇ ਕਿਨਾਰੇ ਦੇ ਉੱਤੇ, ਆਪ ਜੀ ਨੂੰ ਪਤਾ ਹੈ ਜਿਹੜਾ ਗੁਰਦੁਆਰਾ ਕਰਤਾਰਪੁਰਾ ਬਣਿਆ ਹੋਇਆ, ਉੱਥੇ ਉਹ ਜਿਹੜੀ ਚਾਦਰ ਸੀ ਉਹ ਚਾਦਰ ਵੀ ਚੱਕ ਲਈ, ਉਹ ਵੀ 2 ਥਾਵੇਂ ਕਰ ਲਈ, ਪਾੜ ਲਈ। ਅੱਧੀ ਹਿੰਦੂਆਂ ਨੇ ਲੈ ਲਈ, ਅੱਧੀ ਮੁਸਲਮਾਨਾਂ ਨੇ ਲੈ ਲਈ। ਤੇ ਉਹਨਾਂ ਨੇ ਕੀ ਕੀਤਾ, ਮੁਸਲਮਾਨਾਂ ਨੇ ਗੜਵੇ 'ਚ ਪਾਈ ਚਾਦਰ ਤੇ ਐ ਕਬਰ ਖੋਦ ਕੇ ਉਹਦੇ ਵਿੱਚ ਉਹ ਗੜਵਾ ਰੱਖਤਾ, ਵਿੱਚ ਮਿੱਟੀ ਪਾਤੀ। ਜਿਹੜੇ ਸਨਾਤਨ ਧਰਮ ਵਾਲੇ ਸੀ ਉਹਨਾਂ ਨੇ ਚੰਦਨ ਦੀ ਚਿਖਾ ਚਿੜੀ, ਉਹਦੇ ਉੱਤੇ ਉਹ ਚਾਦਰ ਨੂੰ ਲਾ ਕੇ ਅਗਨੀ ਲਾ ਦਿੱਤੀ। ਆਇਆ ਰਾਵੀ ਦਾ ਪਾਣੀ, ਉਹ ਚਾਦਰ ਨੂੰ ਉਹ ਆਪਣੇ ਦੋਨਾਂ ਨੂੰ ਰੁੜ ਕੇ ਲੈ ਗਿਆ। ਨਾ ਉੱਥੇ ਮੜੀ ਰਹੀ, ਨਾ ਉੱਥੇ ਬਾਬਾ ਮੜੀ ਨਾ ਗੌਰ, ਗੁਰ ਅੰਗਦ ਕੇ ਹੀਏ ਮਾਏ। ਉਹ ਤਾਂ ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ 'ਚ ਵਸਣ, ਬਾਬਾ ਨਾ ਮੜੀ ਦੇ ਵਿੱਚ ਹੈ ਨਾ ਬਾਬਾ ਗੌਰ ਦੇ ਵਿੱਚ ਹੈ। ਇੱਥੇ ਇੱਕ ਗੱਲ ਦੱਸਣਯੋਗ ਹੈ, ਅਸੀਂ ਵੀ ਮਹਾਂਪੁਰਖਾਂ ਤੋਂ ਇਹ ਗੱਲਾਂ ਸੁਣੀਆਂ ਨੇ ਜਿਨ੍ਹਾਂ ਦੇ ਚਰਨਾਂ 'ਚ ਰਹੇ ਹਾਂ। ਉਹ ਕਹਿੰਦੇ